ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੁਲਾਜ਼ਮ ਲਹਿਰ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਬੜੀ ਇੰਪੋਰਟੈਂਟ ਇੱਕ ਗੱਲ ਅਸੀਂ ਬੜੀ ਵਾਰ ਪਹਿਲਾਂ ਵੀ ਡਿਸਕਸ ਕੀਤੀ, ਪਰ ਖੈਰ ਉਸ ਵੇਲੇ ਚੋਣ ਜਾਬਤਾ ਨਹੀਂ ਸੀ ਲੱਗਿਆ। ਕਾਂਗਰਸ ਦੀ ਸਰਕਾਰ ਪਾਵਰ ਸੀਗੀ। ਇੱਕ ਬੜਾ ਵੱਡਾ ਜੁਮਲਾ ਹੀ ਕਹਿ ਸਕਦੇ ਹਾਂ ਸੁੱਟਿਆ ਗਿਆ ਕਿ 36,000 ਮੁਲਾਜ਼ਮ ਕੱਚੇ ਮੁਲਾਜ਼ਮ ਅਸੀਂ ਪੱਕੇ ਕਰਤੇ ਨੇ। ਕਈ ਥਾਂ ਤੇ ਹੋਰਡਿੰਗ ਲੱਗ ਗਏ, ਬੋਰਡ ਲੱਗ ਗਏ, ਪਰ ਉਹਨਾਂ ਦਿਨਾਂ 'ਚ ਹੀ ਪੰਜਾਬ 'ਚ ਸਾਰੇ ਕਿਤੇ ਮੁਲਾਜ਼ਮ ਪ੍ਰੋਟੈਸਟ ਕਰ ਰਹੇ ਸੀਗੇ, ਧਰਨੇ ਲਾਈ ਬੈਠੇ ਸੀਗੇ। ਕਿਸੇ ਨੂੰ ਇਹੀ ਨਹੀਂ ਸੀ ਪਤਾ ਕਿ 36,000 ਛੱਡੋ 36 ਲੋਕ ਵੀ ਕੌਣ ਨੇ ਜਿਹੜੇ ਪੱਕੇ ਹੋਏ ਨੇ, ਕਿਉਂਕਿ ਇਹ ਸਭ ਗੱਲਾਂ 'ਚ ਹੀ ਸੀਗਾ, ਅਸਲ 'ਚ ਤਾਂ ਪੱਕਾ ਕੋਈ ਵੀ ਨਹੀਂ ਸੀ ਹੋਇਆ। ਸੋ ਇਹਦੇ ਬਾਰੇ ਚਰਚਾ ਕਰਾਂਗੇ, ਲੇਕਿਨ ਇਹ ਵੀ ਚਰਚਾ ਕਰਾਂਗੇ ਕਿ ਕੰਟਰੈਕਚੁਅਲ ਹੋਣ ਦੇ ਜਿਹੜੇ ਸਾਨੂੰ ਨੁਕਸਾਨ ਪਤਾ ਨੇ ਆਲਰੇਡੀ, ਉਸ ਤੋਂ ਵੱਧ ਕੇ ਪੰਜਾਬ ਦੇ ਕੰਟਰੈਕਚੁਅਲ ਮੁਲਾਜ਼ਮ ਕੱਚੇ ਮੁਲਾਜ਼ਮ ਕੀ ਕੁਝ ਫੇਸ ਕਰਦੇ ਨੇ, ਉਹਨਾਂ ਦੀ ਨੌਕਰੀ 'ਚ ਕੀ ਕੁਝ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ। ਸੋ ਅੱਜ ਮੇਰੇ ਨਾਲ ਦੋ ਸੱਜਣ ਜੁੜੇ ਨੇ। ਪਹਿਲਾਂ ਤਾਂ ਜੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਅੱਜ ਜੁੜੇ ਹੋ। ਮੁਲਾਜ਼ਮ ਲਹਿਰ ਵਿੱਚ ਤੁਹਾਡਾ ਵੈਲਕਮ ਹੈ। ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਤਾਂ ਜ਼ਰੂਰ ਤੁਸੀਂ ਦੋਨੋਂ ਆਪਣਾ ਇੰਟਰੋਡਕਸ਼ਨ ਦੇਣਾ ਜੀ, ਇੱਕ ਇੱਕ ਕਰਕੇ, ਕਿ ਤੁਹਾਡਾ ਨਾਮ ਕੀ ਹੈ, ਤੁਸੀਂ ਕਿੱਥੋਂ ਦੇ ਹੋ, ਕੀ ਕੰਮ ਕਰਦੇ ਹੋ ਤੇ ਕਦੋਂ ਤੋਂ ਕੰਮ ਕਰ ਰਹੇ ਹੋ, ਸੇਵਾਵਾਂ ਨਿਭਾ ਰਹੇ ਹੋ ਜੀ। ਹਾਂਜੀ ਸਰ, ਮੈਂ ਪ੍ਰਵੀਨ ਸ਼ਰਮਾ ਜੀ। ਮੈਂ ਸਿੱਖਿਆ ਵਿਭਾਗ ਦੇ ਵਿੱਚ ਮਿਡ ਡੇ ਮੀਲ ਸਕੀਮ ਦੇ ਵਿੱਚ ਬਤੌਰ ਨੌਨ ਟੀਚਿੰਗ ਲਗਭਗ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੇ ਹਾਂ। ਤੇ ਸਾਡਾ ਕੰਮ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਆਰੀ ਖਾਣਾ ਮਿਲੇ, ਉਸਦਾ ਰਾਸ਼ਨ ਦਾ ਪ੍ਰਬੰਧ ਪੂਰਾ ਹੋਵੇ, ਕੁਕਸ ਲਈ ਸੈਲਰੀ ਦਾ ਪ੍ਰਬੰਧ ਕਰਨਾ, ਮਿਡ ਡੇ ਮੀਲ ਲਈ ਫੰਡ ਦਾ ਪ੍ਰਬੰਧ ਕਰਨਾ, ਫੂਡ ਗ੍ਰੇਨ ਦਾ ਪ੍ਰਬੰਧ ਕਰਨਾ, ਤੇ ਇਸ ਤੋਂ ਇਲਾਵਾ ਕਿਚਨ ਸ਼ੈੱਡ ਦਾ ਪ੍ਰਬੰਧ ਕਰਨਾ, ਕਿਚਨ ਗਾਰਡਨ ਦਾ ਪ੍ਰਬੰਧ ਕਰਨਾ, ਜੋ ਵੀ ਟੋਟਲ ਮੈਨੇਜਮੈਂਟ ਹੈਗੀ ਆ ਉਹ ਮਿਡ ਡੇ ਮੀਲ ਦੇ ਨੌਨ ਟੀਚਿੰਗ EMPLOYEES ਵੱਲੋਂ ਮੈਨੇਜ ਕੀਤੀ ਜਾਂਦੀ ਹੈਗੀ ਜੀ। ਬਿਲਕੁਲ, ਹਾਂਜੀ। ਮੇਰਾ ਨਾਮ ਦਵਿੰਦਰਜੀਤ ਸਿੰਘ ਹੈ ਜੀ। ਮੈਂ ਸਰਵ ਸਿੱਖਿਆ ਅਭਿਆਨ ਦੇ ਅਧੀਨ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪਿਛਲੇ 12 ਸਾਲਾਂ ਤੋਂ ਕੰਮ ਕਰ ਰਿਹਾ ਜੀ। ਬਤੌਰ ਡਾਟਾ ਐਂਟਰੀ ਆਪਰੇਟਰ ਮੈਂ ਕੰਮ ਕਰਦਾ, ਤੇ ਜਿਹੜਾ ਸਾਡਾ ਨੌਨ ਟੀਚਿੰਗ ਸਟਾਫ ਦਾ ਕੰਮ ਹੈ, ਤੇ ਹਰ ਤਰ੍ਹਾਂ ਦੀ ਗ੍ਰਾਂਟ ਜਿਹੜੀ ਹੈ ਕਿ ਸਕੂਲਾਂ ਤੱਕ ਮੁਹੱਈਆ ਕਰਵਾਉਣੀ, ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਸਕੂਲਾਂ ਨੂੰ ਮੁਹੱਈਆ ਕਰਵਾਉਣਾ, ਹਰ ਤਰ੍ਹਾਂ ਦਾ ਜਿਹੜਾ ਡਾਟਾ ਹੈਗਾ ਉਹ ਸਕੂਲਾਂ ਤੋਂ ਲੈ ਕੇ ਡਿਪਾਰਟਮੈਂਟ ਨੂੰ ਦੇਣਾ, ਤੇ ਡਿਪਾਰਟਮੈਂਟ ਤੋਂ ਲੈ ਕੇ ਜਿਹੜਾ ਸਕੂਲਾਂ ਤੱਕ ਹਰ ਤਰ੍ਹਾਂ ਦੀ ਸਕੀਮ ਇੰਪਲੀਮੈਂਟ ਕਰਵਾਉਣ ਦਾ ਜਿਹੜਾ ਸਾਡਾ ਯੋਗਦਾਨ ਹੁੰਦਾ ਹੈ ਜੀ। ਸੋ 12 ਸਾਲ ਤੋਂ ਤੁਸੀਂ ਦੋਵੇਂ ਕੰਮ ਕਰ ਰਹੇ ਹੋ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਸਾਡੇ ਕੰਮ ਵਿੱਚ, ਕਿਉਂਕਿ ਤੁਸੀਂ ਕੰਟਰੈਕਚੁਅਲ ਹੋ, ਉਹਦੇ ਵਿੱਚ ਤੁਹਾਡੇ ਤੇ ਰੈਗੂਲਰ ਜਿਹੜੇ ਬਾਕੀ ਮੁਲਾਜ਼ਮ ਹੋਣਗੇ ਉਹਨਾਂ 'ਚ ਕੀ ਫਰਕ ਹੈ, ਤੁਹਾਨੂੰ ਕੀ ਦਿੱਕਤਾਂ ਆਉਂਦੀਆਂ ਨੇ, ਕੀ ਬੈਨੀਫਿਟਸ ਨੇ ਜਿਹੜੇ ਤੁਹਾਨੂੰ ਨਹੀਂ ਮਿਲਦੇ ਤੇ ਉਹਨਾਂ ਨੂੰ ਮਿਲਦੇ ਨੇ? ਸਰ, ਪਹਿਲੀ ਗੱਲ ਤੇ ਇਹ ਹੈਗੀ ਆ ਵੀ ਅਸੀਂ ਮੁਲਾਜ਼ਮ ਨਹੀਂ ਹੈਗੇ, ਸਰਕਾਰ ਸਾਨੂੰ ਮੁਲਾਜ਼ਮ ਮੰਨਦੀ ਨਹੀਂ ਹੈਗੀ। ਤੁਹਾਡਾ ਧੰਨਵਾਦ ਵੀ ਤੁਸੀਂ ਸਾਨੂੰ ਮੁਲਾਜ਼ਮ ਦੀ ਕੈਟੇਗਰੀ ਵਿੱਚ ਰੱਖ ਰਹੇ ਹੈਗੇ ਹੋ। ਪਰ ਜੋ ਕੰਟਰੈਕਟ ਤੇ ਜੌਬ ਕਰਦਾ ਕੋਈ ਵੀ ਬੰਦਾ ਆ, ਉਹ ਬੰਦੂ ਦਾ ਮਜ਼ਦੂਰ ਆ, ਉਹ ਮੁਲਾਜ਼ਮ ਨਹੀਂ ਹੁੰਦਾ ਹੈਗਾ। ਤੇ ਜਦੋਂ ਮਰਜ਼ੀ ਤੱਕ ਤੁਸੀਂ ਉਸਦਾ ਖੂਨ ਪੀਓ, ਉਸਨੂੰ ਨਿਚੋੜੋ, ਤੇ ਜਿਵੇਂ ਮਰਜ਼ੀ ਦਾ ਉਸ ਤੋਂ ਕੰਮ ਲਓ। ਤੇ ਜਦੋਂ ਕੋਈ ਫੈਸਿਲਿਟੀ ਦੇ ਨਾਂ ਤੇ ਆਪਣੀ ਕੋਈ ਗੱਲ ਰੱਖਦਾ ਆ, ਜਾਂ ਕੋਈ ਕਿਤੇ ਮੰਗ ਰੱਖਦਾ, ਜਾਂ ਕੋਈ ਪ੍ਰੋਟੈਸਟ ਕਰਦਾ ਆ, ਤੇ ਉਸਨੂੰ ਟਰਮੀਨੇਟ ਕਰਕੇ ਤੁਸੀਂ ਘਰ ਨੂੰ ਤੋੜ ਦਿਓ। ਤੇ ਅਸੀਂ ਜੋ ਮੁਲਾਜ਼ਮ ਹੋਣ ਦਾ ਮਤਲਬ ਹੈ, ਉਹ ਕੰਟਰੈਕਚੁਅਲ ਕੰਮਾਂ ਨਹੀਂ ਜਾਣਦਾ ਹੈਗਾ। ਨਾ ਹੀ ਸਾਨੂੰ ਕੋਈ, ਦੇਖੋ ਇੱਕ ਤੇ ਲੋਕ ਕੰਟਰੈਕਟ ਤੇ 10-10 12-12 ਹਜ਼ਾਰ ਰੁਪਏ ਦੇ ਵਿੱਚ ਕੰਮ ਕਰ ਰਹੇ ਨੇ ਜੀ। ਮਤਲਬ ਕਿ ਜੋ ਰੈਗੂਲਰ ਮੁਲਾਜ਼ਮ ਹੈ, ਜੇਕਰ ਕਿਤੇ ਦਿੱਕਤ ਆ ਜਾਂਦੀ, ਉਸਦੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਆ ਜਾਂਦੀ ਹੈ ਮੈਡੀਕਲ ਤੌਰ ਤੇ ਉਸਨੂੰ ਏਡ ਦਿੱਤੀ ਜਾਂਦੀ ਹੈ, ਉਸਦਾ ਖਰਚਾ ਡਿਪਾਰਟਮੈਂਟ ਜਾਂ ਸਰਕਾਰ ਵਹਿਨ ਕਰਦਾ ਆ। ਪਰ ਅਸੀਂ ਪਹਿਲਾਂ ਆਲਰੇਡੀ 10-10 12,000 ਰੁਪਏ ਦੇ ਨੌਕਰੀ ਕਰਦੇ ਹੋਏ ਕੰਟਰੈਕਚੁਅਲ ਕੰਮ ਹੈ, ਉਹਨਾਂ ਦੇ ਪਰਿਵਾਰ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਏ ਤੇ ਸਿਵਾਏ ਜਾਨ ਗਵਾਉਣ ਤੋਂ ਉਹਨਾਂ ਕੋਲ ਕੁਝ ਨਹੀਂ ਬਚਦਾ ਹੈਗਾ। ਤੇ ਉਸ ਤੋਂ ਬਾਅਦ ਆਸ਼ਰਿਤ ਦੇ ਨਾਮ ਦੇ ਉੱਪਰ 2 ਰੁਪਏ ਵੀ ਕਿਸੇ ਨੂੰ ਨਹੀਂ ਦਿੱਤੇ ਜਾਂਦੇ। ਜੋਬ ਸਿਕਿਉਰਿਟੀ ਦੀ ਗੱਲ ਤੇ ਬਹੁਤ ਜ਼ਿਆਦਾ ਦੂਰ ਆ। ਤੇ ਤਨਖਾਹ ਦੇ ਰੂਪ ਦੇ ਵਿੱਚ ਬਹੁਤ ਵੱਡਾ ਜਿਹੜਾ ਪਾੜਾ ਆ, ਲਗਭਗ 10-10 20 ਗੁਣਾ ਜਿਹੜੀ ਸੈਲਰੀ ਉਹ ਘੱਟ ਦਿੱਤੀ ਜਾ ਰਹੀ ਹੈਗੀ ਆ। ਜੋ ਮਤਲਬ ਕਿ ਜਿਸ ਨੂੰ ਸਰਕਾਰ ਕਹਿੰਦੀ ਹੈ ਵੀ ਘੱਟੋ ਘੱਟ ਉਜਰਤ ਕਾਨੂੰਨ ਜਿਸ ਦੇ ਮੁਤਾਬਕ ਬੰਦਾ ਜੂਨ ਜੋਗੀ ਰਾਸ਼ੀ ਆ, ਉਸਦੇ ਪਰਿਵਾਰ ਦਾ ਖਰਚਾ ਚੱਲਦਾ ਰਹੇ, ਉਹ 6-6 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਦੇਖੋ ਡਿਪਾਰਟਮੈਂਟਾਂ ਦੇ ਵਿੱਚ ਟੀਚਰ ਕੰਮ ਕਰਦੇ ਪਏ ਹੈਗੇ ਆ। ਤੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਲੋਕ ਕਿਵੇਂ ਦੀ ਹਾਲਤਾਂ ਵਿੱਚ ਰਹਿ ਰਹੇ ਆ। ਤੇ ਆਏ ਦਿਨ ਖਬਰਾਂ ਆਉਂਦੀਆਂ, ਗਰੁੱਪਾਂ ਵਿੱਚ ਅਸੀਂ ਪੜ੍ਹਦੇ ਹਾਂ ਵੀ ਅੱਜ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ ਜੀ, ਅੱਜ ਫਲਾਣੇ ਨੇ ਮਤਲਬ ਕਿ ਸਪਰੇਅ ਪੀ ਲਿਆ, ਜ਼ਹਿਰ ਖਾ ਲਿਆ।
ਇਸ ਦਾ ਮੁੱਢਲਾ ਜੋ ਕਾਰਨ ਹੈਗਾ ਵੀ ਇਕਨੋਮਿਕ ਪੱਧਰ ਤੇ ਕੰਟਰੈਕਚੁਅਲ ਕੰਮਾਂ ਇੰਨੀ ਦਿੱਕਤਾਂ ਦੇ ਵਿੱਚ ਹੈ। ਹੁਣ 10-10 12-12 ਸਾਲਾਂ ਦੇ ਵਿੱਚ ਜਦੋਂ ਜੌਬ ਸ਼ੁਰੂ ਹੋਈ ਸੀ ਤੇ ਲੋਕ ਇਕੱਲੇ ਸੀਗੇ, ਉਹਨਾਂ ਦੇ ਵਿਆਹ ਸ਼ਾਦੀਆਂ ਹੋ ਗਈਆਂ, ਉਹਨਾਂ ਦੇ ਪਰਿਵਾਰ ਦੇ ਜਿਹੜੇ ਬਜ਼ੁਰਗ ਵਿਅਕਤੀ ਸੀ, ਉਹਨਾਂ ਦੇ ਪੇਰੈਂਟਸ ਸੀਗੇ ਜਾਂ ਦਾਦਾ ਦਾਦੀ ਸੀ, ਉਹਨਾਂ ਦੀ ਵੀ ਏਜ ਹੋ ਗਈ ਆ ਹੁਣ, ਤੇ ਉਹ ਵੀ ਬਿਮਾਰੀ ਠਮਾਰੀ ਚੱਲਦੀ ਰਹਿੰਦੀ ਆ। ਐਸੇ ਰੋਟੀ ਦਾ ਖਰਚਾ ਨਹੀਂ ਲੋਕ ਚਲਾ ਪਾ ਰਹੇ, ਤੇ ਕੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਗੇ 6-6 ਹਜ਼ਾਰ ਰੁਪਏ ਦੇ ਵਿੱਚ, ਤੇ ਕਿਵੇਂ ਉਹ ਇਲਾਜ ਕਰਾਉਣਗੇ? ਤੇ ਉਹ ਕਿਹੜਾ ਮਕੈਨਿਜ਼ਮ ਸਰਕਾਰ ਨੇ ਫਿੱਟ ਕੀਤਾ ਆ ਕਿ ਜੋ 6,000 ਰੁਪਏ ਦੇ ਵਿੱਚ, 10,000 ਰੁਪਏ ਦੇ ਵਿੱਚ, 5,000 ਰੁਪਏ ਦੇ ਵਿੱਚ ਇੱਕ ਵਰਕਰ ਦਾ ਖੂਨ ਚੂਸਦੀ ਆ, ਉਸਦੀ ਨੌਲੇਜ ਦਾ ਉਹ ਮਤਲਬ ਕਿ ਆਪਣਾ ਫਾਇਦਾ ਚੱਕਦੀ ਆ, ਪੂਰਾ ਡਿਪਾਰਟਮੈਂਟ ਉਹਨਾਂ ਤੋਂ ਚਲਾਉਂਦੀ ਹੈਗੀ ਆ, ਤੇ ਦੇਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ ਹੈਗਾ ਸਿਵਾਏ ਡਿਪਰੈਸ਼ਨ ਦੇ, ਸਿਵਾਏ ਮਤਲਬ ਅੱਜ ਕੰਟਰੈਕਚੁਅਲ ਕੰਮ ਹੈ ਦੇ ਅੱਗੇ ਪਹਾੜ ਜਿਹੜੀਆਂ ਦਿੱਕਤਾਂ ਹੈਗੀਆਂ ਖੜੀਆਂ ਹੋ ਗਈਆਂ, ਤੇ ਉਸ ਦਾ ਹੱਲ ਕੀਤੀ ਨਜ਼ਰ ਨਹੀਂ ਆ ਰਿਹਾ। ਉਸਦੇ ਵਿੱਚੋਂ ਬਹੁਤ ਸਾਰੇ ਸਾਥੀ ਡਿਪਰੈਸ਼ਨ ਦੀ ਵਜ੍ਹਾ ਨਾਲ ਉਹਨਾਂ ਨੂੰ ਹਾਰਟ ਦੀ ਪ੍ਰੋਬਲਮਸ ਲੱਗ ਗਈਆਂ, ਕਿਸੇ ਨੂੰ ਕੋਈ ਦਿੱਕਤ ਆ ਗਈ ਆ। ਇਸਦਾ ਮੇਜਰ ਰੂਟ ਹੈਗਾ ਕਿ ਉਹਨਾਂ ਕੋਲ ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਹੈਗੀ, ਔਰ ਇਹ ਚਿੱਟੇ ਦੁੱਧ ਦਿਨ ਵਾਂਗੂ ਮਤਲਬ ਕਿ ਸਾਫ਼ ਗੱਲ ਹੈਗੀ ਆ। ਹਰ ਪੰਜਾਬ ਦਾ ਲੀਡਰ ਇਸ ਗੱਲ ਤੋਂ ਵਾਕਿਫ ਹੈਗਾ, ਅਸੀਂ ਹਰ ਦਰਵਾਜ਼ੇ ਤੇ ਪਿੱਟ ਚੁੱਕੇ ਹਾਂ ਇਸ ਮਾਮਲੇ ਦੇ ਵਿੱਚ। ਜੀ ਦਵਿੰਦਰ ਜੀ, ਸਾਡੀ ਗੱਲ ਇਸ ਤੋਂ ਪਹਿਲਾਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੋਈ ਸੀ, ਹੁਣ ਤਾਂ ਕੋਈ ਸਰਕਾਰ ਹੈ ਨਹੀਂ ਪੰਜਾਬ 'ਚ, ਪਰ ਜੋ ਅਗਲੀਆਂ ਸਰਕਾਰਾਂ ਆਉਂਦੀਆਂ ਨੇ, ਕੀ ਤੁਹਾਨੂੰ ਲੱਗਦਾ ਪਹਿਲੀ ਗੱਲ ਤਾਂ ਇਹ 36,000 ਪੱਕੇ ਹੋਣ ਵਾਲੀ ਗੱਲ ਹੋਏਗੀ, ਤੇ ਦੂਜਾ ਕੀ ਉਮੀਦ ਕੀ ਹੈ ਫਿਰ ਨਵੀਂ ਕੋਈ ਵੀ ਸਰਕਾਰ ਆਵੇ ਤੁਹਾਡੇ ਲਈ, ਤੁਹਾਨੂੰ ਕੀ ਉਮੀਦਾਂ ਨੇ? ਸਰ ਜੇ ਗੱਲ ਕਰੀਏ ਸਰਕਾਰਾਂ ਦੀ, ਤਾਂ ਕੋਈ ਇਹ ਨਹੀਂ ਕਿ ਕਾਂਗਰਸ ਸਰਕਾਰ ਇਕੱਲੀ ਹੋਈ ਸੀ ਜਿਸ ਨੇ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਹੈ। ਇਹ ਤੋਂ ਪਹਿਲਾਂ ਵੀ ਜਿੰਨੀਆਂ ਕੁ ਵੀ ਸਰਕਾਰਾਂ ਆਉਂਦੀਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 12-13 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਖੁਦ, ਉਸ ਤੋਂ ਪਹਿਲਾਂ ਅਕਾਲੀ ਗਵਰਨਮੈਂਟ ਵੀ ਹੈਗੀ ਸੀ, ਉਹਨਾਂ ਨੇ ਵੀ ਜਿਹੜਾ ਗਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇੱਕ ਕਾਨੂੰਨ ਜਿਹੜਾ ਇਨਾਮ ਦਿੰਦੇ ਨੇ, ਪਹਿਲਾਂ ਅਕਾਲੀ ਗਵਰਨਮੈਂਟ ਨੇ ਤਿਆਰ ਕੀਤਾ ਸੀ, ਐਕਟ ਬਣਾਇਆ। ਉਹੀ ਆਖਿਰ ਦੇ ਜਿਹੜੇ 2-3 ਮਹੀਨੇ ਹੁੰਦੇ ਨੇ ਸਰਕਾਰ ਦੇ ਜਾਣ ਦੇ ਟਾਈਮ ਦੇ, ਉਦੋਂ ਇੱਕ ਗੱਲਾਂ ਜਿਹੜੀਆਂ ਲੋਕਾਂ ਨੂੰ ਇੱਕ ਵਾਅਦੇ ਦੇ ਕੇ ਭਰਮਾਉਣ ਦੀਆਂ ਗੱਲਾਂ ਕਰਦੇ ਨੇ, ਉਹ ਸੇਮ ਉਸੇ ਤਰਜ਼ ਦੇ ਉੱਤੇ ਪਹਿਲਾਂ ਅਕਾਲੀ ਗਵਰਨਮੈਂਟ ਨੇ ਐਕਟ ਬਣਾਇਆ ਸੀ, ਤੇ ਬਟ ਉਹਨੂੰ ਇੰਪਲੀਮੈਂਟ ਕਰਨ ਦੇ ਟਾਈਮ ਤੱਕ ਜਿਹੜੀ ਸਰਕਾਰ ਚਲੀ ਗਈ। ਜਦੋਂ ਦੁਬਾਰਾ ਕਾਂਗਰਸ ਸਰਕਾਰ ਆਈ ਤਾਂ 4.5 ਸਾਲ ਇਹ ਉਸੇ ਐਕਟ ਨੂੰ ਅਮੈਂਡ ਕਰਨ ਦੇ ਨਾਮ ਦੇ ਉੱਤੇ ਲੱਗੇ ਰਹੇ ਨੇ। ਬਿਲਕੁਲ ਅਖੀਰ ਦੇ ਦਿਨਾਂ ਦੇ ਵਿੱਚ ਆ ਕੇ ਇਹਨਾਂ ਨੇ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਕਟ ਦੇ ਕੇ ਹੋਲਡਿੰਗ ਇਹਨਾਂ ਨੇ ਲਗਾਏ ਨੇ ਸਾਰੇ ਪੰਜਾਬ ਦੇ ਵਿੱਚ। ਹਰ ਇੱਕ ਗਲੀ ਚਰਾਹੇ ਦੇ ਉੱਤੇ ਹੋਲਡਿੰਗ ਲੱਗਿਆ ਆਪਾਂ ਨੂੰ ਮਿਲਦਾ ਰਿਹਾ ਹੈਗਾ ਕਿ ਅਸੀਂ 36,000 ਮੁਲਾਜ਼ਮ ਜਿਹੜੇ ਪੱਕੇ ਕਰਤੇ ਹੈਗੇ, ਤੇ ਉਹ ਸੇਮ ਉਹੀ ਐਕਟ ਜਿਹੜਾ ਅਕਾਲੀ ਗਵਰਨਮੈਂਟ ਨੇ ਬਣਾਇਆ ਸੀ, ਉਸ ਐਕਟ ਨੂੰ ਅਮੈਂਡ ਕਰਕੇ ਇਹਨਾਂ ਨੇ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਸੀ, ਤੇ ਪਰ ਤੁਹਾਡੇ ਸਾਹਮਣੇ ਹੈ ਉਹ ਪੂਰੀ ਨਹੀਂ ਕੀਤੀ। ਤੇ ਉਮੀਦ ਤੇ ਖੈਰ ਦੁਨੀਆ ਕਾਇਮ ਹੈ, ਉਮੀਦ ਸਾਨੂੰ ਵੀ ਹੈ ਕਿ ਸ਼ਾਇਦ ਕੋਈ ਨਵੀਂ ਸਰਕਾਰ ਆਵੇ, ਉਹ ਕੋਈ ਆਪਣਾ ਜਿਹੜਾ ਗਾ ਵਾਅਦੇ ਕਰਦੇ ਨੇ। ਹੁਣ ਚੋਣ ਮੈਨੀਫੈਸਟੋ ਦੇ ਵਿੱਚ ਹਰ ਇੱਕ ਗਵਰਨਮੈਂਟ ਨੇ ਵਾਅਦਿਆਂ ਦੇ ਵਿੱਚ ਰੱਖਿਆ ਹੋਇਆ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ। ਉਮੀਦ ਹੈ, ਪਰ ਜੇ ਕਹਿ ਦਈਏ ਤੇ ਨੀਤੀਆਂ ਉਹੀ ਨੇ, ਸਰਕਾਰਾਂ ਬਦਲ ਜਾਂਦੀਆਂ ਨੇ, ਚਿਹਰੇ ਬਦਲ ਜਾਂਦੇ ਨੇ, ਤੇ ਕੋਈ ਬਹੁਤੀ ਜ਼ਿਆਦਾ ਉਮੀਦ ਆਪਾਂ ਇਹਨਾਂ ਤੋਂ ਰੱਖ ਨਹੀਂ ਸਕਦੇ। ਹੋ ਸਕਦਾ ਕਿ ਉਹ ਵੀ ਇਹੀ ਖੇਡਾਂ ਖੇਡਣਗੇ, ਜੇ ਉਹ ਇਹ ਖੇਡਾਂ ਖੇਡਣਗੇ ਤਾਂ ਅਸੀਂ ਵੀ ਹਰ ਵਾਰ ਦੀ ਤਰ੍ਹਾਂ ਤਿਆਰ ਆਂਗੇ ਸੰਘਰਸ਼ ਦੇ ਪਿੱਟ ਦੇ ਵਿੱਚ ਆਉਣ ਦੇ ਲਈ। ਤੇ ਐਟ ਪ੍ਰੈਜ਼ੈਂਟ ਵੀ ਜਿਹੜਾ ਹੈਗਾ ਅਸੀਂ ਸਰਕਾਰਾਂ ਦੇ ਕੰਨਾਂ ਦੇ ਵਿੱਚ ਇਹ ਗੱਲਾਂ ਕੱਢ ਦਈਏ ਕਿ ਜੇ ਕੋਈ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰਕੇ ਧੋਖਾ ਕਰਕੇ ਸਰਕਾਰ ਬਣਾਉਣ ਦੀ ਮਨਸ਼ਾ ਦੇ ਵਿੱਚ ਹੈ ਤਾਂ ਉਹ ਸਿਰੇ ਨਹੀਂ ਚੜ ਸਕਦੀ। ਤੇ ਤੁਸੀਂ ਦੋਵੇਂ ਮੈਨੂੰ ਲੱਗਦਾ ਹੈ ਸ਼ਾਮਿਲ ਰਹੇ ਹੋਗੇ ਜਿੰਨੇ ਧਰਨੇ ਲੱਗੇ ਬਿਲਕੁਲ ਚੋਣ ਜ਼ਾਬਤਾ ਤੋਂ ਪਹਿਲਾਂ ਵੀ, ਕੀ ਲੱਗਦਾ ਹੈ ਧਰਨੇ ਸਫਲ ਕਿਉਂ ਨਹੀਂ ਹੋਏ? ਇਸ ਵਿੱਚ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਵੀ ਦੇਖੋ, ਜੋ ਇਹ ਠੇਕੇਦਾਰੀ ਪ੍ਰਬੰਧ ਹੈ, ਇਹ ਬੇਸਿਕਲੀ ਜਿਹੜੇ ਇਹ ਵੱਡੇ ਮਗਰਮੱਛ ਨੇ ਜੋ ਲੀਡਰ ਦੇ ਨਾਮ ਤੇ ਕੋਈ ਮਤਲਬ ਕਿ ਕਿਸੇ ਪਾਰਟੀ ਵਿੱਚ ਬਦਲ ਕੇ ਚੱਲ ਜਾਂਦੇ ਆ, ਕਦੇ ਕਿਸੇ ਵਿੱਚ। ਦੇਖੋ ਜਿਹੜਾ ਕਾਰਪੋਰੇਟ ਸੈਕਟਰ ਹੈ, ਕਾਰਪੋਰੇਟ ਸੈਕਟਰ ਦੇ ਰੂਪ ਦੇ ਵਿੱਚ ਪ੍ਰਾਈਵੇਟ ਬੰਦਿਆਂ ਦਾ ਇੱਕ ਨੈਕਸਸ ਹੈ ਬਹੁਤ ਵੱਡਾ, ਇਸ ਨੂੰ ਸਮਝਣ ਦੀ ਜ਼ਰੂਰਤ ਆ। ਤੇ ਜੇ ਆਪਾਂ ਅੱਜ ਦੇਖੀਏ ਪੰਜਾਬ ਦੀ ਹਾਲਤ ਦਿਨ ਪ੍ਰਤੀ ਦਿਨ ਗਰਕਦੀ ਜਾ ਰਹੀ ਆ, ਤੇ ਉਸ ਦੇ ਲਈ ਵੀ ਇਹ ਜਿਹੜਾ ਪ੍ਰਬੰਧ ਹੈ ਕੰਟਰੈਕਚੁਅਲ ਸਿਸਟਮ ਹੈ, ਇਹੀ ਜ਼ਿੰਮੇਦਾਰ ਹੈ। ਮੈਂ ਆਪਣੀ ਜ਼ਿੰਮੇਦਾਰੀ ਨਾਲ ਗੱਲ ਕਰ ਰਿਹਾ। ਤੁਸੀਂ ਦੇਖੋ ਜਿੰਨੇ ਵੱਡੇ ਵੱਡੇ ਸਕੂਲ ਨੇ ਉਹ ਇਹਨਾਂ ਦੇ ਲੀਡਰਾਂ ਦੇ ਹੀ ਆ ਜੀ ਸਕੂਲ। ਜੇ ਸਰਕਾਰੀ ਸਕੂਲ ਸਹੀ ਤਰੀਕੇ ਨਾਲ ਚੱਲਦੇ ਰਹਿਣ ਤੇ ਪ੍ਰਾਈਵੇਟ ਸਕੂਲਾਂ ਵਿੱਚ ਕੌਣ ਜਾਏਗਾ? ਉੱਥੇ ਇਹਨਾਂ ਨੇ ਲੋਕਾਂ ਨੂੰ ਧੋ ਕੇ ਘੜੀਸ ਕੇ ਲੈ ਕੇ ਜਾਣਾ ਆ। ਇਸ ਕਰਕੇ ਸਰਕਾਰੀ ਸਕੂਲ ਦਾ ਜਿਹੜਾ ਢਾਂਚਾ ਆ, ਸਰਕਾਰੀ ਸਕੂਲ ਦੇ ਵਿੱਚ 6,000 ਰੁਪਏ ਦੇ ਵਿੱਚ ਟੀਚਰ ਰੱਖਿਆ ਜਾਂਦਾ ਆ, ਤਾਂ ਕਿ ਸਰਕਾਰੀ ਸਕੂਲ ਦੇ ਵਿੱਚ ਉਹ ਬੰਦਾ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਰਵੇ, ਕੋਈ ਉੱਥੇ ਫੈਸਿਲਿਟੀ ਨਾ ਮਿਲੇ, ਅੱਕ ਕੇ ਲੋਕ ਪ੍ਰਾਈਵੇਟ ਸਕੂਲ ਵਿੱਚ ਭੇਜਣ ਲਈ ਮਜਬੂਰ ਹੋ ਜਾਣਾ। ਉਹੀ ਸਰਕਾਰੀ ਹਸਪੀਟਲਾਂ ਦਾ ਹਾਲ ਆ। ਤੇ ਪ੍ਰਾਈਵੇਟ ਹਸਪਤਾਲ ਕਿਸੇ ਹੈਗੇ ਆ,
ਇਹ ਇਹਨਾਂ ਦੇ ਮਗਰਮੱਛਾਂ ਦੇ ਤੇ ਹੈਗੀਆਂ ਮਤਲਬ ਜਿਹੜੀ ਐਡੀ ਐਡੀ ਬਿਲਡਿੰਗਾਂ ਬਣੇ ਪਈਆਂ, ਉਹਨਾਂ ਦੇ ਵਿੱਚ ਕੌਣ ਜਾਏਗਾ? ਉਹਨਾਂ ਦੇ ਵਿੱਚ ਲੱਖਾਂ ਰੁਪਏ ਨਾਲ ਲੋਕਾਂ ਨੂੰ ਮਰੀ ਹੋਈ ਲਾਸ਼ਾਂ ਦਾ ਸੌਦਾ ਕਦੋਂ ਹੋਇਆ, ਕੌਣ ਕਰੇਗਾ? ਤੋ ਇਸ ਵਜ੍ਹਾ ਨਾਲ ਇਹਨਾਂ ਨੇ ਇਸ ਪ੍ਰਬੰਧ ਨੂੰ ਢਾਣਾ ਹੈ, ਸਰਕਾਰੀ ਪ੍ਰਬੰਧ ਨੂੰ, ਤਾਂ ਕਿ ਇਸ ਦੀ ਕੁੰਜੀ ਮਤਲਬ ਕਿ ਪ੍ਰਾਈਵੇਟ ਹੱਥ ਦੇ ਵਿੱਚ ਚੱਲ ਜੇ, ਜੋ ਇਹਨਾਂ ਦੇ ਆਪਣੇ ਕਬਜ਼ੇ ਦੇ ਵਿੱਚ ਹੈਗਾ ਆ। ਇਹਦੇ ਇਹ ਗੱਲ ਹੈਗੀ ਆ ਜੀ ਕਿ ਇੱਕ ਸ਼ੇਰ ਹੈ ਜੋ ਕਹਿੰਦਾ ਹੈ ਵੀ ਬੱਕਰੀ ਨੂੰ ਵੀ ਮੈਂ ਤੇਰੇ ਭਵਿੱਖ ਦਾ ਲਈ ਪਾਲਿਸੀਆਂ ਬਣਾਉਣਾ ਆ। ਉਹ ਇੰਨੇ ਕੁ ਪਾਲਿਸੀ ਬਣਾ ਦਿੰਦਾ ਆ ਜਿਸ ਨਾਲ ਉਹ ਬੱਕਰੀ ਦਾ ਜਿਹੜਾ ਮਾਸ ਹੈ ਉਹ ਤਾਜ਼ਾ ਰਵੇ, ਤਾਂ ਕਿ ਉਸਨੂੰ ਖਾਣ ਵਿੱਚ ਸਵਾਦ ਆਵੇ। ਉਹੀ ਹਾਲ ਅੱਜ ਪੰਜਾਬ ਦੇ ਲੋਕਾਂ ਦਾ ਆ। ਜੇ ਕੁਛ ਮਾੜਾ ਮੋਟਾ ਰਹਿੰਦ ਖੂੰਦ ਜੋਤ ਦਿੰਦੇ ਹੈਗੇ ਆ, ਉਹ ਇਹ ਆ ਵੀ ਇਹਨਾਂ ਨੇ ਲੋਕਾਂ ਤੋਂ ਕੰਮ ਲੈਣਾ ਆ, ਸਾਨੂੰ ਮਸ਼ੀਨਾ ਬਣਾਇਆ ਹੋਇਆ ਆ। ਇੱਕ ਕੰਟਰੈਕਚੁਅਲ ਕੰਮ ਨੂੰ 7000 8000 ਰੁਪਏ ਤਨਖਾਹ ਦੇ ਕੇ ਇੱਕ ਟੀਚਰ ਨੂੰ 6000 ਰੁਪਏ ਤਨਖਾਹ, ਵੀ ਤਾਂ ਕਿ ਉਹ ਮਰ ਨਾ ਜਾਵੇ, ਉਸਨੂੰ ਰੋਟੀ ਮਿਲਦੀ ਰਹੇ। ਤੇ ਜੇ ਰੋਟੀ ਮਿਲਦੀ ਰਹੀ ਤੇ ਉਹ ਬੰਦਾ ਜਿਉਂਦਾ ਰਹੇਗਾ ਤੇ ਉਸਨੂੰ ਨਪੀੜਿਆ ਜਾ ਸਕਦਾ। ਜੇ ਅਸੀਂ ਕੰਟਰੈਕਚੁਅਲ ਕੰਮ ਮਰੀ ਗਏ ਤੇ ਫਿਰ ਇਸਨੂੰ ਕਿਸ ਦਾ ਲੋਹ ਪੀਣਗੇ? ਤੋ ਜਿਹੜੀ ਤੁਸੀਂ ਗੱਲ ਇਹ ਕਹਿ ਰਹੇ ਹੋ ਵੀ ਤੁਹਾਡੇ ਕਾਮਯਾਬ ਨਹੀਂ ਹੋਏ, ਇਹ ਬਹੁਤ ਵੱਡੇ ਪੱਧਰ ਦਾ ਹੁਣ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਸਾਰੀ ਵਿਦੇਸ਼ਾਂ ਨੂੰ ਤੁਰੀ ਫਿਰਦੀ ਹੈਗੀ ਆ। ਉਸਦਾ ਕਾਰਨ ਕੀ ਆ? ਉਸਦਾ ਕਾਰਨ ਇਹ ਵੀ ਇੱਥੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੈਗਾ ਕੋਈ। ਇਹਨਾਂ ਨੇ ਸਾਰੇ ਉਹ ਸਿਸਟਮ ਨੂੰ ਜਕੜ ਲਿਆ ਆ ਤੇ ਚੋਣ ਮੈਨੀਫੈਸਟੋ ਦੇ ਰੂਪ ਦੇ ਵਿੱਚ ਮਤਲਬ ਕਿ ਨੀਰੀ ਤੋਂ ਨੀਰੀ ਬਕਵਾਸ ਮਾਰਦੇ ਆ। ਕੋਈ ਵੀ ਇੱਕ ਪਾਰਟੀ ਆ ਕੇ ਸਾਡੇ ਨਾਲ ਡਿਬੇਟ ਕਰ ਲੇ, ਮੈਂ ਚੈਲੰਜ ਕਰਦਾ, ਓਪਨ ਰੱਖਦੇ ਹੈਗੇ ਆ। ਜੇ ਇਹ ਬੰਦੇ ਇੱਕ ਵੀ ਗੱਲ ਦਾ ਸਾਡੀ ਦਾ ਜਵਾਬ ਦੇ ਦੇਣ, ਇਹ ਪੰਜਾਬ ਨੂੰ ਕਿਸ ਤਰੀਕੇ ਨਾਲ ਖੁਸ਼ਹਾਲ ਕਰ ਸਕਦੇ ਆ, ਸਾਨੂੰ ਪਤਾ ਪੰਜਾਬ ਖੁਸ਼ਹਾਲ ਕਿਵੇਂ ਹੋਏਗਾ। ਅਸੀਂ ਗਰਾਊਂਡ ਪੱਧਰ ਤੇ ਕੰਮ ਕਰ ਰਹੇ ਹੈਗੇ ਆ ਤੇ ਇਹ ਸਾਰੇ ਠੱਗ ਦੇ ਚੋਰ ਰਲੇ ਹੋਏ ਆ ਤੇ ਇਹ ਇਹਨਾਂ ਨੂੰ ਮਤਲਬ ਕਿ ਪੰਜਾਬ ਦੀ ਕਿਸੇ ਪਾਲਿਸੀ ਨਾਲ, ਪੰਜਾਬ ਦੇ ਕਿਸੇ ਬੱਚੇ ਨਾਲ, ਪੰਜਾਬ ਦੇ ਕਿਸੇ ਸਰਕਾਰੀ ਸਕੂਲ ਨਾਲ, ਸਰਕਾਰੀ ਫੈਸਿਲਿਟੀ ਨਾਲ ਕੋਈ ਮਤਲਬ ਨਹੀਂ। ਇਹ ਬਹੁਤ ਵੱਡੇ ਰਿਛੀਆਂ ਸਾਰੇ ਦੇ ਸਾਰੇ ਬੰਦੇ, ਅਸੀਂ ਸਾਰੇ ਬੰਦਿਆਂ ਨੂੰ ਦੇਖ ਲਿਆ ਗਿਆ। ਇਹ ਇੱਥੇ ਅਕਾਲੀ ਦਾਅਵਾ ਕਰਦੇ ਰਹੇ, ਉਹਨਾਂ ਨੇ ਰੱਜ ਰੱਜ ਕੇ ਲੁੱਟਿਆ ਕੁੱਟਿਆ ਲੋਕਾਂ ਨੂੰ। ਉਸ ਤੋਂ ਬਾਅਦ ਕੈਪਟਨ ਆਇਆ, ਉਹ ਕਿਸੇ ਬੰਦੇ ਨੂੰ ਮਿਲਿਆ ਤੱਕ ਨਹੀਂ, ਗੱਲ ਤੱਕ ਨਹੀਂ ਸੁਣੀ। ਚੰਨੀ ਦੇ ਰੂਪ ਦੇ ਵਿੱਚ ਐਲਾਨ ਹੋਇਆ ਲੋਕਾਂ ਦੇ ਕੋਲ, ਜੋ ਮਰਜ਼ੀ ਕਰਾ ਲਿਓ। ਇਹ ਵੀ ਐਲਾਨ ਕਰ ਸਕਦੇ ਸੀ ਵੀ ਕੱਲ ਨੂੰ ਮੈਂ ਤੁਹਾਡੀ ਕੰਧ ਸੋਨੇ ਦੀ ਕਰ ਦੂੰਗਾ। ਉਸਨੇ ਬੰਦੇ ਨੇ ਇੰਨੀ ਮਤਲਬ ਕਿ ਹਾਸੋਹੀਣੀਆਂ ਰਾਜਨੀਤੀ ਤੋਂ ਥੱਲੇ ਡਿੱਗਣ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਐਲਾਨ ਉਹ ਕੀਤੇ। ਤੇ ਉਸ ਤੋਂ ਬਾਅਦ ਜੇਕਰ ਕੋਈ ਹੋਰ ਵੀ ਮਤਲਬ ਲਟੇਰਾ ਪਿੱਛੇ ਰਹਿ ਗਿਆ, ਉਹ ਹੁਣ ਅੱਗੇ ਗਾਂਹ ਲੁੱਟਣ ਨੂੰ ਫਿਰਦਾ ਹੈ ਸਾਨੂੰ। ਸੋ ਇਸ ਦੇ ਲਈ ਜਿਹੜਾ ਇਸ ਦਾ ਅਲਟੀਮੇਟ ਹੱਲ ਸੀਗਾ, ਕਿਉਂਕਿ ਲੜਾਈ ਬਹੁਤ ਵੱਡੀ ਆ, ਇਹ ਨੈਕਸਸ ਹੈ ਬਹੁਤ ਵੱਡਾ, ਜਕੜ ਲਿਆ ਪੰਜਾਬ ਨੂੰ, ਤੇ ਇਸ ਦਾ ਹੱਲ ਬਹੁਤ ਮੁਸ਼ਕਿਲ ਨਾਲ ਹੋਏਗਾ ਤੇ ਉਸ ਲਈ ਲੋਕਾਂ ਨੂੰ ਜਾਗਣਾ ਹੋਏਗਾ, ਮੁਲਾਜ਼ਮ ਵਰਗ ਨੂੰ ਸਪੈਸ਼ਲੀ ਜਾਗਣਾ ਹੋਏਗਾ। ਕਿਉਂਕਿ ਸਾਡੇ ਜਿਹੜੇ ਸਰਕਾਰੀ ਅਦਾਰੇ ਨੇ, ਹੁਣ ਮੰਨ ਲਓ ਜੇ ਜਿਹੜਾ ਸਰਕਾਰੀ ਸਕੂਲ ਹੈ ਉਸ ਨੂੰ ਤਾਂ ਸਰਕਾਰ ਚਲਾਉਣਾ ਨਹੀਂ ਚਾਹੁੰਦੀ, ਉਸੇ ਬੰਦ ਕਰਨਾ ਚਾਹੁੰਦੀ ਆ। ਜੇ ਉਹਦੇ 6000 ਦੇ ਵਿੱਚ ਟੀਚਰ ਹੈ, ਉਹਦਾ ਕਲੀਅਰ ਕੱਟ ਮੈਸੇਜ ਆ ਵੀ ਉੱਥੇ ਜਿਹੜੀ ਮਾੜੀ ਮੋਟੀ ਪੜ੍ਹਾਈ ਬਚੀ ਆ ਤੇ ਉਹ ਖਤਮ ਹੋਏਗਾ, ਸਕੂਲ ਨੂੰ ਜਿੰਦਾ ਲੱਗੇਗਾ। ਤੇ ਸਕੂਲ ਨੂੰ ਜਿੰਦਾ ਲੱਗਦਾ ਤੇ ਨੁਕਸਾਨ ਕਿਸ ਦਾ ਆ? ਕਿ ਇਕੱਲਾ ਉਸ ਟੀਚਰ ਦਾ ਆ ਜੋ ਉੱਥੇ 6000 ਰੁਪਏ ਵਿੱਚ ਨੌਕਰੀ ਕਰਦਾ ਰਿਹਾ? ਤੇ ਨਹੀਂ, ਉਸਦੇ ਵਿੱਚ ਜਿੰਨੇ ਬੱਚਿਆਂ ਨੂੰ ਐਜੂਕੇਸ਼ਨ ਮਿਲ ਰਹੀ ਆ ਉਹਨਾਂ ਦਾ ਨੁਕਸਾਨ ਆ। ਜੇ ਸਰਕਾਰੀ ਹਸਪਤਾਲ ਬੰਦ ਹੁੰਦਾ ਹੈ, ਰਜਿੰਦਰਾ ਹਸਪੀਟਲ ਪਿੱਛੇ ਠੇਕੇ ਦਿੱਤਾ ਇਹਨਾਂ ਨੇ ਪੰਜਾਬ ਦੇ ਵਿੱਚ, ਤੇ ਜੇ ਉਹ ਬੰਦ ਹੁੰਦਾ ਹੈ ਉੱਥੇ ਪ੍ਰਾਈਵੇਟ ਹੁੰਦਾ ਹੈ, ਉਹਦੇ ਨੁਕਸਾਨ ਕਿਸ ਦਾ ਆ? ਕਿ ਉੱਥੇ ਜਿਹੜੇ ਠੇਕੇ ਦੇ ਕੰਮ ਕਰਦੀਆਂ ਨਰਸਾਂ ਆ ਜਾਂ ਪੈਰਾਮੈਡੀਕਲ ਸਟਾਫ ਹੈ, ਉਸਦਾ ਨੁਕਸਾਨ ਹੈ ਵੀ ਉਹਨਾਂ ਨੂੰ ਕੱਢਿਆ ਜਾਏਗਾ? ਨਹੀਂ, ਉਸਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਆ। ਜਿਹੜੇ ਪੰਜਾਬ ਦੇ ਲੋਕ, ਜਦੋਂ ਸਰਕਾਰੀ ਸਕੂਲਾਂ ਦਾ ਘਾਣ ਕੀਤਾ ਗਿਆ, ਪ੍ਰਾਈਵੇਟ ਸਕੂਲਾਂ ਦੇ ਵਿੱਚ 50 ਰੁਪਏ ਫੀਸ ਹੁੰਦੀ ਸੀਗੀ, ਬੰਦਾ ਘੇਸਲ ਵੱਟ ਕੇ ਆਪਣਾ ਬੱਚੇ ਨੂੰ ਉਧਰ ਭੇਜ ਦਿੰਦਾ ਸੀ। ਇਹ ਨਹੀਂ ਪੁੱਛਦਾ ਸੀ ਵੀ ਇਸ ਸਕੂਲ ਵਿੱਚ ਟੀਚਰ ਕਿਉਂ ਨਹੀਂ ਪੱਕਾ, ਇਸ ਸਕੂਲ ਵਿੱਚ ਬਾਕੀ ਫੈਸਿਲਿਟੀਆਂ ਕਿਉਂ ਨਹੀਂ, ਜਦੋਂ ਅਸੀਂ ਟੈਕਸ ਦੇ ਰਹੇ ਹਾਂ। ਤੇ ਅਸੀਂ ਰਾਹ ਕੱਢਿਆ ਵੀ ਅਸੀਂ 50 ਰੁਪਏ ਦੇ ਵਿੱਚ ਬੱਚਾ ਪ੍ਰਾਈਵੇਟ ਪੜ੍ਹਾ ਲਾਂਗੇ, ਤੇ ਉਹੀ 50 ਰੁਪਏ ਵਾਲੀ ਫੀਸ ਹੁਣ 5 ਲੱਖ ਰੁਪਏ ਨੂੰ ਬਣਦੀ ਪਹੁੰਚ ਗਈ ਆ। ਤੇ ਲੋਕ ਪੇਰੈਂਟਸ ਐਸੋਸੀਏਸ਼ਨ ਬਣਾ ਕੇ ਡੀਸੀ ਦਫ਼ਤਰ ਦੇ ਦਰਵਾਜ਼ੇ ਮੱਲੇ ਬੈਠੇ ਆ। ਤੇ ਜਦੋਂ ਪ੍ਰਾਈਵੇਟ ਹਸਪੀਟਲਾਂ ਦੀ ਉਸਾਰੀ ਲਈ ਸਰਕਾਰੀ ਹਸਪਤਾਲਾਂ ਦਾ ਗਲਾ ਘੁੱਟਿਆ ਜਾ ਰਿਹਾ ਸੀਗਾ, ਤੇ ਉਸ ਟਾਈਮ ਲੋਕਾਂ ਨੇ ਸੋਚਿਆ ਚਲੋ ਡਾਕਟਰ ਨੂੰ ਮੈਂ 20-30 ਰੁਪਏ ਦੇ ਕੇ ਪਰਚੀ ਦੇ ਕੇ ਦਵਾਈ ਲਿਆਉਂਗਾ। ਹੁਣ ਜਦੋਂ ਇਲਾਜ 20-30 ਰੁਪਏ ਵਾਲਾ 10 ਲੱਖ ਨੂੰ ਪਹੁੰਚ ਗਿਆ ਆ, ਲਾਸ਼ਾਂ ਦੇ ਸੌਦੇ ਹੁੰਨੇ ਆ ਤੇ ਲੋਕ ਉੱਥੇ ਧਰਨੇ ਮਾਰ ਰਹੇ ਹੁੰਦੇ ਆ ਪ੍ਰਾਈਵੇਟ ਹਸਪੀਟਲਾਂ ਦੇ ਅੱਗੇ। ਸੋ ਇਹ ਪੰਜਾਬ ਜਿਹੜਾ ਪੰਜਾਬੀਅਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਸਮਝ ਲੈਣ ਦੀ ਜ਼ਰੂਰਤ ਆ। ਇਸ ਨੂੰ ਕੌਣ ਲੈ ਕੇ ਜਾ ਰਿਹਾ ਆ? ਕੋਈ ਇੱਕ ਲੀਡਰ ਮੈਨੂੰ ਦੱਸ ਦਿਓ ਵੀ ਜਿਸਦਾ ਸਰਕਾਰੀ ਸਕੂਲ ਨਹੀਂ, ਜਿਸਦਾ ਸ਼ਰਾਬ ਦਾ ਠੇਕਾ ਨਹੀਂ, ਜਿਸਦਾ ਕੋਈ ਪ੍ਰਾਈਵੇਟ ਸਕੂਲ ਨਹੀਂ, ਸੌਰੀ, ਤੇ ਪ੍ਰਾਈਵੇਟ ਹਸਪਤਾਲ ਨਹੀਂ, ਜਾਂ ਉਹਦਾ ਸ਼ਰਾਬ ਦਾ ਠੇਕਾ ਨਹੀਂ, ਜਾਂ ਉਹਦਾ ਖੱਡ ਦੇ ਵਿੱਚ ਕੋਈ ਰੇਤੇ ਦੀ ਖੱਡ ਦੇ ਵਿੱਚ ਉਸਦਾ ਕੋਈ ਹਿੱਸਾ ਨਹੀਂ ਗਾ। ਇੱਕ ਵੀ ਬੰਦਾ ਨਹੀਂ ਹੈਗਾ ਯਾਰ। ਤੇ ਤੁਸੀਂ ਸ਼ੇਰਾਂ ਨੂੰ ਬਿਠਾ ਕੇ ਸਾਡੇ ਅੱਗੇ ਇਹ ਕਹਿ ਰਹੇ ਹੋ ਵੀ ਤੁਸੀਂ ਇਹ ਬੱਕਰੀ ਦਾ ਉਹ ਕਰਨਾ ਹੈ। ਨਹੀਂ, ਇਹ ਸਾਨੂੰ ਸਮਝਣਾ ਪਏਗਾ। ਜੋ ਪੋਲੀਟੀਕਲ ਜਮਾਤ ਹੈਗੀ ਆ, ਇਹ ਗੁਲਾਮੀ ਦਾ ਜਿਹੜਾ ਨਵਾਂ ਦੌਰ ਹੈਗਾ, ਜੋ ਅੰਗਰੇਜ਼ਾਂ ਦੀ ਉਹਨਾਂ ਨੇ ਵਰਜਨ ਆਪਣਾ ਬਦਲਤਾ ਤੇ ਉਹ ਉਸ ਰੂਪ ਦੇ ਵਿੱਚ ਅੱਗੇ ਆ ਗਏ ਤੇ ਇਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਖਤਮ ਕਰ ਦੇਣਾ ਆ। ਇਹਨਾਂ ਨੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣਾ ਆ। ਕਿਸੇ ਵੀ ਬੰਦੇ ਦਾ ਜਿਹੜਾ ਮਤਲਬ ਹੈਗਾ ਇੱਥੇ ਭਲਾ ਨਹੀਂ ਹੈਗਾ ਸਿਸਟਮ ਦੇ ਵਿੱਚ। ਇਹ ਲੁੱਟ ਖਸੁੱਟ ਦੀ ਮੰਡੀ ਬਣ ਗਈ ਹੈਗੀ ਆ ਪੰਜਾਬ ਦੇ ਵਿੱਚ ਦੇ ਨੇਰੀ, ਤੇ ਇਸ ਦੇ ਲਈ ਬਹੁਤ ਵੱਡੀ ਲਾਮਬੰਦੀ ਦੀ ਜ਼ਰੂਰਤ ਹੈਗੀ ਆ। ਜਿਵੇਂ ਕਿਸਾਨਾਂ ਨੇ ਅੰਦੋਲਨ ਕੀਤਾ, ਉਵੇਂ ਹੀ ਮੁਲਾਜ਼ਮ ਵਰਗ ਨੂੰ, ਕਿਸਾਨ ਵਰਗ ਨੂੰ, ਮਜ਼ਦੂਰ ਵਰਗ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੂੰ ਮਿਲ ਕੇ ਜੇਕਰ ਉਹ ਪ੍ਰਯਾਸ ਕਰਨ ਤਾਂ ਇਸ ਸਿਸਟਮ ਤੋਂ ਛੁਟਕਾਰਾ ਹੋ ਸਕਦਾ ਹੈ।
ਜੀ ਦਵਿੰਦਰ ਜੀ, ਪਹਿਲਾਂ ਵੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਮੀਦ ਜ਼ਰੂਰ ਹੈ, ਲੇਕਿਨ ਜੇ ਸਰਕਾਰਾਂ ਜਿਹੜੀ ਵੀ ਆਵੇ ਸਾਡੇ ਕੋਈ ਹੱਲ ਨਾ ਕੀਤਾ ਤਾਂ ਅਸੀਂ ਫੇਰ ਧਰਨੇ ਵੱਲ ਦਾ, ਪ੍ਰੋਟੈਸਟ ਦਾ ਰੁਖ ਕਰਾਂਗੇ। ਕੁਝ ਐਵੇਂ ਦਾ ਪਲਾਨ ਹੈ ਕਿ ਕਿੰਨਾ ਸਮਾਂ ਦੇਣ ਲੱਗੇ ਹੋ, ਕਿੰਨੀ ਮੀਟਿੰਗਸ ਜਿਵੇਂ ਹੁੰਦੀਆਂ ਰਹਿੰਦੀਆਂ ਨੇ ਉਹ ਹੋਣਗੀਆਂ, ਤੇ ਕਦੋਂ ਫਿਰ ਤੁਸੀਂ ਦੁਬਾਰਾ ਧਰਨੇ ਵੱਲ ਜਾਓਗੇ, ਇਹੋ ਜਿਹਾ ਰੁਖ ਅਪਣਾਓਗੇ ਦੁਬਾਰਾ? ਬਨਵੈਤ ਜੀ, ਇੱਕ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਵੀ ਧਰਨੇ ਕਾਮਯਾਬ ਨਹੀਂ ਹੋਏ, ਤੇ ਉਹ ਕਾਮਯਾਬ ਹੋਣ ਜਾਂ ਨਾ ਕਾਮਯਾਬ ਹੋਣ ਦਾ ਕਾਰਨ ਇੱਕ ਇਹ ਹੁੰਦਾ ਹੈ ਕਿ ਜੇ ਆਪਾਂ ਕਹਿ ਦਈਏ ਗੱਲ ਉਦੋਂ ਹੀ ਸਿਰੇ ਚੜ੍ਹਦੀ ਹੈ ਜਦੋਂ ਆਮੋ ਸਾਹਮਣੇ ਦੋਨੇ ਧਿਰਾਂ ਗੱਲ ਕਰਨ ਦੇ ਲਈ ਤਿਆਰ ਹੋਣ। ਬਿਲਕੁਲ। ਤੇ ਸਰਕਾਰ ਦਾ ਕੋਈ ਵੀ ਐਸਾ ਰੁਖ ਨਹੀਂ ਰਿਹਾ ਸੀ ਕਿ ਕਿਸੇ ਵੀ ਮੁਲਾਜ਼ਮ ਜਥੇਬੰਦੀ ਦੀ ਕੋਈ ਗੱਲ ਸੁਣਨ ਦੇ ਲਈ ਉਹਨਾਂ ਨੇ ਕਦੇ ਵੀ ਕੋਈ ਪਹਿਲ ਕੀਤੀ ਹੋਵੇ, ਜਾਂ ਕਿਸੇ ਦੀ ਗੱਲ ਸੁਣਨ ਦੇ ਲਈ ਉਹ ਟੇਬਲ ਦੇ ਉੱਤੇ ਆਉਣ ਲਈ ਤਿਆਰ ਹੋਣ, ਕਿਉਂਕਿ ਉਹਨਾਂ ਕੋਲ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਦੇ ਲਈ ਕੋਈ ਰੋਡ ਮੈਪ ਨਹੀਂ ਸੀ, ਤੇ ਸ਼ਾਇਦ ਉਹ ਉਮੀਦ ਸਾਨੂੰ ਅੱਗੇ ਵੀ ਨਹੀਂ ਲੱਗਦੀ। ਤੇ ਜਿਹੜੀਆਂ ਇਹ ਗੱਲਾਂ ਨੇ, ਹੁਣ ਲੜਾਈਆਂ ਹਰ ਇੱਕ ਪੱਧਰ ਦੇ ਉੱਤੇ ਹਰ ਇੱਕ ਵਰਗ ਨੂੰ ਇਕੱਠੇ ਹੋ ਕੇ ਲਾਮਬੰਦ ਹੋ ਕੇ ਲੜਨ ਦੀ ਲੋੜ ਹੈਗੀ। ਜਿਵੇਂ ਕਿਸਾਨ ਸੰਘਰਸ਼ ਨੇ ਇੱਕ ਸਾਨੂੰ ਸੇਧ ਦਿੱਤੀ ਹੈਗੀ ਕਿ ਜੇ ਕਿਸੇ ਵਿਰੋਧੀ ਨੂੰ ਆਪਾਂ ਨੇ ਢਾਉਣਾ ਹੈਗਾ ਤਾਂ ਉਹਦੇ ਲਈ ਇਕਜੁੱਟ ਹੋਣਾ ਆਪਣੇ ਲਈ ਜ਼ਰੂਰੀ ਹੈ, ਕਿਉਂਕਿ ਜੋ ਲੋੜ ਹੈ, ਜੋ ਡਿਮਾਂਡ ਹੈ, ਉਹ ਹਰ ਇੱਕ ਵਰਗ ਦੀ ਇੱਕੋ ਹੀ ਹੈ ਕਿ ਇੱਕ ਕੰਟਰੈਕਟ ਦਾ ਜਿਹੜਾ ਧੱਬਾ ਹੈਗਾ, ਇੱਕ ਠੇਕੇਦਾਰੀ ਦਾ ਜਿਹੜਾ ਸਿਸਟਮ ਹੈਗਾ, ਉਹਨੂੰ ਖਤਮ ਕਰ ਦਿੱਤਾ ਜਾਵੇ, ਤੇ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਠੇਕੇਦਾਰੀ ਦੇ ਵਿੱਚ ਜਿਹੜੀ ਹੈਗੀ ਨੌਕਰੀ ਨਾ ਹੋਵੇ। ਹਰ ਇੱਕ ਜਿਹੜਾ ਹੈਗਾ ਮੁਲਾਜ਼ਮ ਸਰਕਾਰੀ ਤੌਰ ਤੇ ਪੱਕੇ ਤੌਰ ਤੇ ਰੱਖਿਆ ਜਾਣਾ ਚਾਹੀਦਾ ਹੈਗਾ। ਤੇ ਇਹਨਾਂ ਸਾਰੀਆਂ ਲੋੜਾਂ ਦੇ ਲਈ ਜੇ ਕਹਿ ਦਈਏ ਇਕੱਲਾ ਮੁਲਾਜ਼ਮ ਵਰਗ ਨਹੀਂ, ਹਰ ਇੱਕ ਨੌਜਵਾਨ ਵਰਗ ਨੂੰ, ਹਰ ਇੱਕ ਬੇਰੁਜ਼ਗਾਰ ਨੂੰ, ਹਰ ਇੱਕ ਮਾਂ-ਬਾਪ ਨੂੰ ਜਿਨ੍ਹਾਂ ਦੇ ਬੱਚਿਆਂ ਨੇ ਵੱਡੇ ਹੋ ਕੇ ਨੌਕਰੀਆਂ ਲੱਗਣਾ ਹੈਗਾ, ਹਰ ਇੱਕ ਨੂੰ ਜਿਹੜਾ ਹੈਗਾ ਲੜਨਾ ਪੈਣਾ ਹੈਗਾ, ਸਰਕਾਰਾਂ ਦਾ ਵਿਰੋਧ ਕਰਨਾ ਪੈਣਾ ਹੈਗਾ। ਸਰਕਾਰਾਂ ਨੂੰ ਇਹ ਨੀਤੀਆਂ ਦਿਖਾਉਣੀਆਂ ਪੈਣੀਆਂ ਨੇ ਕਿ ਸਾਡੀ ਇਹ ਲੋੜ ਹੈ। ਇਹ ਲੋੜ ਨੂੰ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈਗੀ, ਤੇ ਉਹ ਜੇਕਰ ਨੀਤੀ ਨਹੀਂ ਬਣਾਉਂਦੇ ਤਾਂ ਇਹਨਾਂ ਚੀਜ਼ਾਂ ਦੇ ਲਈ ਹੁਣ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਵਾਰਨਿੰਗਾਂ ਦੇਣ ਦਾ ਟਾਈਮ ਨਹੀਂ ਹੈਗਾ ਕਿ ਅਸੀਂ ਇੱਕ ਅਲਟੀਮੇਟਮ ਦਈਏ ਜੀ ਅਸੀਂ ਇੰਨਾ ਟਾਈਮ ਤੁਹਾਡੀ ਵੇਟ ਕਰਾਂਗੇ ਤੇ ਨਹੀਂ ਫਿਰ ਅਸੀਂ ਮੈਦਾਨ ਦੇ ਵਿੱਚ ਆਉਣਾ ਹੈਗਾ। ਇਹ ਤਾਂ ਇਹ ਵੀ ਜਦੋਂ ਹੀ ਸਰਕਾਰ ਮੈਦਾਨ ਦੇ ਵਿੱਚ ਆਉਂਦੀ ਹੈ, ਨਾਲ ਦੀ ਨਾਲ ਜਿਹੜਾ ਹੈਗਾ ਮੁਲਾਜ਼ਮ ਵਰਗ ਵੀ ਇਕੱਠਾ ਹੋ ਕੇ ਲਾਮਬੰਦ ਹੋ ਕੇ ਮੈਦਾਨ ਦੇ ਵਿੱਚ ਸਰਕਾਰ ਨੂੰ ਟੱਕਰੇਗਾ। ਕੋਈ ਵੀ ਕਿਸੇ ਵੀ ਵਰਗ ਦੀ ਸਰਕਾਰ ਆਵੇ, ਕਿਸੇ ਵੀ ਪਾਰਟੀ ਦੀ ਸਰਕਾਰ ਆਵੇ, ਸਾਨੂੰ ਉਸ ਤੱਕ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਜਿਹੜੀ ਵੀ ਸਰਕਾਰ ਹੈ, ਸਰਕਾਰ ਦੀ ਇੱਕ ਨੀਤੀ ਹੁੰਦੀ ਹੈ। ਜੋ ਨੀਤੀਆਂ ਪ੍ਰਵੀਨ ਜੀ ਨੇ ਆਲਰੇਡੀ ਸਪਸ਼ਟ ਕਰ ਦਿੱਤੀਆਂ ਨੇ ਤੁਹਾਨੂੰ ਕਿ ਇਹਨਾਂ ਦੀ ਜਿਹੜੀ ਹੈਗੀ ਪ੍ਰਾਈਵੇਟਾਈਜੇਸ਼ਨ ਦੀ ਇੱਕ ਨੀਤੀ ਤੇ ਸਰਕਾਰ ਕੰਮ ਕਰ ਰਹੀ ਹੈਗੀ। ਇਹ ਬਹੁਤ ਸ਼ੁਰੂ ਤੋਂ ਲੈ ਕੇ ਚੱਲਦਾ ਆ ਰਿਹਾ ਹੈਗਾ। ਕੋਈ ਇਹ ਨਹੀਂ ਹੈਗਾ ਇੱਕ ਚਿਹਰਾ ਬਦਲ ਜਾਂਦਾ ਹੈਗਾ, ਮੁੱਖ ਮੰਤਰੀ ਬਦਲ ਜਾਂਦੇ ਨੇ, ਪਰ ਉਹਨਾਂ ਨੇ ਜਿਹੜੀ ਨੀਤੀ ਇੰਪਲੀਮੈਂਟ ਕਰਨੀ ਹੈ ਕਾਰਪੋਰੇਟ ਸੈਕਟਰ ਦੀ, ਵਰਲਡ ਬੈਂਕ ਦੀਆਂ ਨੀਤੀਆਂ ਜਿਹੜੀਆਂ ਲਾਗੂ ਕਰਨੀਆਂ ਨੇ, ਲੋਕਾਂ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਲੈ ਕੇ ਆਉਣਾ ਹੈਗਾ, ਸਰਕਾਰੀ ਅਦਾਰੇ ਜਿਹੜੇ ਉਹ ਖਤਮ ਕਰਨੇ ਨੇ, ਤੇ ਉਹਨਾਂ ਅਦਾਰਿਆਂ ਨੂੰ ਖਤਮ ਕਰਨ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ, ਸਰਕਾਰੀ ਵਰਕਰਾਂ ਨੂੰ ਇਹਨਾਂ ਨੇ ਖਤਮ ਕਰਨਾ, ਉਹਨਾਂ ਨੂੰ ਪ੍ਰਾਈਵੇਟ ਕਰਨਾ, ਉਹਨਾਂ ਨੂੰ ਠੇਕੇ ਤੇ ਲੈ ਕੇ ਆਉਣਾ ਹੈਗਾ, ਤਾਂ ਕਿ ਜਿਹੜਾ ਹੈਗਾ ਉਹ ਸਿਸਟਮ ਚਲਾਉਣ ਦੇ ਲਈ ਇਹਨਾਂ ਨੂੰ ਕੋਈ ਵੀ ਇਨਫਰਾਸਟ੍ਰਕਚਰ ਜਿਹੜਾ ਪੂਰਾ ਨਾ ਦੇਣ, ਤੇ ਸਰਕਾਰੀ ਅਦਾਰੇ ਬੰਦ ਹੋਣ, ਜਾਂ ਬੰਦ ਹੋਣ ਦੀ ਜਗ੍ਹਾ ਤੇ ਉਹ ਕਿਸੇ ਪ੍ਰਾਈਵੇਟ ਹੱਥਾਂ ਦੇ ਵਿੱਚ ਠੇਕੇ ਤੇ ਦਿੱਤੇ ਜਾ ਸਕਣ। ਤੇ ਜੇਕਰ ਸਰਕਾਰ ਇਹੋ ਜਿਹੀਆਂ ਨੀਤੀਆਂ ਨਾਲ ਚੱਲਦੀ ਹੈਗੀ ਤਾਂ ਇਹਨਾਂ ਨੀਤੀਆਂ ਦੇ ਲਈ ਜਿਹੜਾ ਇਕੱਲੇ ਮੁਲਾਜ਼ਮਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ, ਹਰ ਇੱਕ ਵਰਗ ਨੂੰ ਜਿਹੜਾ ਹੈਗਾ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਬੇਸਿਕ ਸਹੂਲਤਾਂ ਹੈਗੀਆਂ ਨੇ, ਜੇ ਕਹਿ ਦਈਏ ਸਿੱਖਿਆ ਤੇ ਸਿਹਤ, ਇਹਨਾਂ ਨੇ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਬੇਸਿਕ ਸਹੂਲਤਾਂ ਦੇ ਵਿੱਚੋਂ ਖਤਮ ਹੀ ਕਰ ਦਿੱਤਾ ਸੀ। ਹੁਣ ਜਿੰਨੇ ਵੀ ਐਲਾਨ ਹੋਏ ਸੀ, ਤੁਸੀਂ ਐਲਾਨ ਮੰਤਰੀ ਦੇ ਐਲਾਨ ਵੀ ਸੁਣੇ ਹੋਣਗੇ, ਤਾਂ ਉਹਨਾਂ ਨੇ ਕਿਤੇ ਵੀ ਐਲਾਨਾਂ ਦੇ ਵਿੱਚ ਸਿੱਖਿਆ ਜਾਂ ਸਿਹਤ ਨੂੰ ਲੈ ਕੇ ਕੋਈ ਵੀ ਰਿਆਇਤ ਦੇਣ ਦੀ, ਜਾਂ ਸਰਕਾਰੀ ਬਿਲਡਿੰਗਾਂ ਨੂੰ, ਸਰਕਾਰੀ ਸਕੂਲਾਂ ਨੂੰ, ਸਰਕਾਰੀ ਹਸਪਤਾਲਾਂ ਨੂੰ, ਸਰਕਾਰੀ ਮੁਲਾਜ਼ਮਾਂ ਨੂੰ ਕੋਈ ਸਹੂਲਤ ਦੇਣ ਦੀ, ਜਾਂ ਉਹਨਾਂ ਦੇ ਵਿੱਚ ਆਉਣ ਵਾਲੇ ਗਰੀਬ ਵਰਗ ਦੇ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਗੱਲ ਨਹੀਂ ਕੀਤੀ। ਇਹਨਾਂ ਨੇ ਗੱਲ ਕੀਤੀ ਸੀ ਕਿ ਕਿਰਾਏ ਮਾਫ ਕਰ ਦਾਂਗੇ ਜੀ, ਅਸੀਂ ਕਿਰਾਏ ਮਾਫ ਕਰ ਦਾਂਗੇ ਕਿ ਲੋਕ ਸੈਰ ਸਪਾਟਿਆਂ ਤੇ ਚੱਲਦੇ ਰਹਿਣ, ਅਸੀਂ ਜੀ ਕੇਬਲ ਦਾ ਰੈਂਟ ਘੱਟ ਕਰ ਦਾਂਗੇ ਤਾਂ ਕਿ ਲੋਕ ਵਿਹਲੇ ਬਹਿ ਕੇ ਟੀਵੀ ਦੇਖਣ ਜੋਗੇ ਹੋ ਜਾਣ। ਇਹਨਾਂ ਨੇ ਉਹ ਨੀਤੀਆਂ ਦੇ ਨਾਲ ਤਾਂ ਸਰਕਾਰਾਂ ਕਦੇ ਕੰਮ ਹੀ ਨਹੀਂ ਕਰਦੀਆਂ ਕਿ ਜਿਨ੍ਹਾਂ ਦੇ ਨਾਲ ਲੋਕ ਜਾਗਰੂਕ ਹੋਣ ਤੇ ਅੱਗੇ ਆਉਣ, ਤੇ ਇਸ ਲਈ ਹਰ ਇੱਕ ਵਰਗ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਣਾ,
ਤੇ ਮੁਲਾਜ਼ਮ ਵਰਗ ਵੀ ਇਸ ਵਿਰੋਧ ਦੇ ਲਈ ਤਿਆਰ ਹੈ। ਜਦੋਂ ਹੀ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਅਸੀਂ ਹਰ ਇੱਕ ਪੱਧਰ ਦੇ ਉੱਤੇ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰਾਂਗੇ। ਮੈਨੂੰ ਲੱਗਦਾ ਤੁਸੀਂ ਦੋਵਾਂ ਨੇ ਇਹਨਾਂ ਦੋਵਾਂ ਜਵਾਬਾਂ 'ਚ ਇੱਕ ਗੱਲ ਬੜੀ ਚੰਗੇ ਤਰੀਕੇ ਨਾਲ ਕਲੀਅਰ ਕੀਤੀ ਹੈ ਕਿ ਮੁਲਾਜ਼ਮਾਂ ਦੇ ਮੁੱਦੇ ਸਿਰਫ ਮੁਲਾਜ਼ਮਾਂ ਨੂੰ ਇੰਪੈਕਟ ਨਹੀਂ ਕਰਦੇ, ਹਰ ਵਰਗ ਜਿਹੜਾ ਉਸ ਫੈਸਿਲਿਟੀ ਨਾਲ ਜੁੜਿਆ ਹੋਇਆ ਹੈ ਉਹਨੂੰ ਉਹ ਫੈਸਿਲਿਟੀ ਉਨੀ ਘੱਟ ਜਾਂ ਉਨੀ ਹੀ ਮਾੜੀ ਮਿਲ ਰਹੀ ਹੈ। ਸੋ ਮੈਨੂੰ ਲੱਗਦਾ ਇਹ ਤੁਸੀਂ ਬਹੁਤ ਵਧੀਆ ਗੱਲ ਐਕਸਪਲੇਨ ਕੀਤੀ ਹੈ। ਪ੍ਰਵੀਨ ਜੀ, ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ, ਤੁਸੀਂ ਇੱਕ ਬੜੇ ਇੰਪੋਰਟੈਂਟ ਫੀਲਡ ਵਿੱਚ ਕੰਮ ਕਰਦੇ ਹੋ, ਮੈਨੂੰ ਇਹ ਲੱਗਦਾ ਮਿਡ ਡੇ ਮੀਲ, ਬੱਚਿਆਂ ਨੂੰ ਰੋਜ਼ ਰੋਟੀ ਖਵਾਉਣੀ ਹੈ, ਇੱਕ ਬੜਾ ਰਿਸਪੌਂਸਿਬਿਲਿਟੀ ਦਾ ਕੰਮ ਹੈ, ਕਿਉਂਕਿ ਨਾਟ ਜਸਟ ਕੁਆਲਿਟੀ ਆਫ ਫੂਡ ਪਰ ਕਿਤੇ ਬੱਚੇ ਬਿਮਾਰ ਨਾ ਪੈ ਜਾਣ, ਫੂਡ ਪੋਇਜ਼ਨਿੰਗ ਨਾ ਹੋ ਜਾਵੇ। ਜੋ ਕੇਸਿਸ ਸੱਚ ਇਹ ਹੈ ਕਿ ਆਏ ਨੇ, ਇਹ ਨਹੀਂ ਹੈ ਕਿ ਬਿਲਕੁਲ ਨਹੀਂ ਆਏ, ਬਹੁਤ ਥਾਵਾਂ ਤੇ ਕੰਪਲੇਂਟਸ ਆਈਆਂ ਨੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ। ਸੋ ਕੀ ਤੁਹਾਨੂੰ ਇਨਫਰਾਸਟ੍ਰਕਚਰ ਦੀ ਕਮੀ ਨਾਲ ਵੀ ਜੂਝਣਾ ਪੈਂਦਾ ਜੇ ਮੈਂ ਸਿਰਫ ਮਿਡ ਡੇ ਮੀਲ ਦੀ ਗੱਲ ਕਰਾਂ? ਸਰ ਦੇਖੋ, ਮਿਡ ਡੇ ਮੀਲ ਇੱਕ ਬਹੁਤ ਅਹਿਮ ਮਤਲਬ ਕਿ ਗਵਰਨਮੈਂਟ ਨੇ ਇੱਕ ਮਤਲਬ ਕਿ ਜੋ ਸਕੀਮ ਚਲਾਈ ਆ, ਪਰ ਇਸ ਦੇ ਵਿੱਚ ਵੀ ਸਰਕਾਰ ਦੀ ਬਦਨੀਤੀ ਹੈਗੀ ਆ। ਮਿਡ ਡੇ ਮੀਲ ਜੋ ਬੱਚਿਆਂ ਦਾ, ਪਿੱਛੇ ਮੈਂ ਇੱਕ ਸਰਵੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਜਿਸ ਦੇ ਵਿੱਚ ਇਹ ਸੀਗਾ ਵੀ 73% ਜਿਹੜੇ ਬੱਚੇ ਸੀ ਉਹ ਤਿੰਨੋਂ ਟਾਈਮ ਦੀ ਰੋਟੀ ਵਿੱਚੋਂ ਜੋ ਦੁਪਹਿਰ ਦਾ ਮਿਡ ਡੇ ਮੀਲ ਖਾਣਾ ਆ ਉਸ ਦੇ ਵਿੱਚ ਉਹਨਾਂ ਦੀ ਸਰੀਰ ਨੂੰ ਜੋ ਜਿੰਨੇ ਤੱਤ ਚਾਹੀਦੇ ਆ ਉਹ ਮਿਲਦੇ ਆ। ਮਤਲਬ ਸਭ ਤੋਂ ਪੌਸ਼ਟਿਕ ਖਾਣਾ ਉਹਨਾਂ ਨੂੰ ਮਿਡ ਡੇ ਮੀਲ ਦੇ ਰੂਪ ਦੇ ਵਿੱਚ ਮਿਲਦਾ ਆ ਜੀ, ਠੀਕ ਆ। ਤੇ ਇਸ ਦੇ ਵਿੱਚ ਤੁਸੀਂ ਦੇਖੋ ਕਿ ਸਰਕਾਰ ਨੇ ਪਿੱਛੇ ਪ੍ਰਾਈਵੇਟ ਏਜੰਸੀਆਂ ਬਣਤੀਆਂ ਸੀਗੀਆਂ ਵੀ ਤੁਸੀਂ ਖਾਣਾ ਬਣਾਓਗੇ ਤੇ ਸਕੂਲਾਂ ਦੇ ਵਿੱਚ ਸਪਲਾਈ ਕਰੋਗੇ। ਸਰਕਾਰ ਦੀ ਮਨਸ਼ਾ ਤੇ ਸਵਾਲ ਹੈ ਇੱਕ। ਦੇਖੋ, ਮਿਡ ਡੇ ਮੀਲ ਬਣਨ ਲਈ 4 ਰੁਪਏ 97 ਪੈਸੇ ਇੱਕ ਬੱਚੇ ਦਾ ਮਿਲਦਾ ਜੀ, ਠੀਕ ਹੈ, ਤਿਆਰ ਕਰਨ ਲਈ। ਤੇ ਹੁਣ ਤੁਸੀਂ ਪ੍ਰਾਈਵੇਟ ਬੰਦੇ ਨੂੰ ਕਹਿ ਰਹੇ ਹੋ ਵੀ ਤੁਸੀਂ 4 ਰੁਪਏ 97 ਪੈਸੇ ਦੇ ਵਿੱਚ ਬਣਾ ਕੇ ਇਸ ਨੂੰ ਸਕੂਲ ਨੂੰ ਬੱਚਿਆਂ ਨੂੰ ਦੇ ਦਿਓ। ਤੇ ਜਿਹੜਾ ਉਹ ਪ੍ਰਾਈਵੇਟ ਬੰਦਾ ਹੈ ਕੀ ਉਹ 4 ਰੁਪਏ 97 ਵਿੱਚੋਂ ਕੁਝ ਪੈਸੇ ਬਚਾਏਗਾ ਨਹੀਂ, ਰੁਪਈਆ ਬਚਾਏਗਾ ਨਹੀਂ ਜੇ ਉਹ ਕੰਮ ਕਰੇਗਾ। ਤੇ ਜੋ 4 ਰੁਪਏ 97 ਪੈਸੇ ਵਿੱਚੋਂ ਬਚਾਉਂਦਾ ਆ ਤੇ ਉਸਨੇ ਪੈਸੇ ਵੀ ਬਚਾਣੇ ਆ, ਟਰਾਂਸਪੋਰਟ ਦਾ ਕੋਸਟ ਵੀ ਕੱਢਣਾ ਆ, ਤੇ ਨਿਸ਼ਚਿਤ ਰੂਪ ਨਾਲ ਜਿਹੜੀ ਉਹ ਕੁਆਲਿਟੀ ਉਹ ਡਾਊਨ ਕਰੇਗਾ। ਇਹ ਨੰਗਾ ਖੇਡ ਪੰਜਾਬ ਦੇ ਵਿੱਚ ਖੇਡੇਗਾ ਜਿਸ ਦੇ ਖਿਲਾਫ ਸਾਡੀ ਜਥੇਬੰਦੀ ਨੇ ਲੜਾਈ ਲੜੀ। ਤੇ ਉਸ ਤੋਂ ਬਾਅਦ ਸਰਕਾਰ ਨੇ ਆਪ ਮੰਨਿਆ, ਡਿਪਾਰਟਮੈਂਟ ਦੇ ਮੰਨਿਆ ਵੀ ਗਲਤ ਆ ਕੰਮ, ਵੀ ਇਹ ਨਹੀਂ ਹੋਣਾ ਚਾਹੀਦਾ, ਬੱਚਿਆਂ ਦੀ ਸਿਹਤ ਨਾਲ ਖਿਲਵਾੜਿਆ। ਕਿਤੇ ਉਹ ਛਿਪਕਲੀ ਨਿਕਲ ਜਾਂਦੀ ਸੀ ਉਹਨਾਂ ਦੀ, ਉਸ ਵਿੱਚ ਕਿਤੇ ਕੁਝ ਨਿਕਲ ਜਾਂਦਾ ਸੀ ਤੇ ਕੋਈ ਕੇਅਰ ਨਹੀਂ ਸੀਗੀ। ਉਸ ਤੋਂ ਬਾਅਦ ਗੱਲ ਕਰੀਏ ਪ੍ਰੈਜ਼ੈਂਟ ਇਨਫਰਾਸਟ੍ਰਕਚਰ ਦੀ। ਦੇਖੋ, ਇੱਥੇ ਜਿਸਨੇ ਮਿਡ ਡੇ ਮੀਲ ਵਰਤਾਣਾ ਆ ਉਹ ਸਭ ਤੋਂ ਪਹਿਲਾਂ ਉਸ ਤੋਂ ਸ਼ੁਰੂ ਕਰਦੇ ਆਪਾਂ, ਉਹ ਹੈਗੀ ਕੁੱਕ, ਮਿਡ ਡੇ ਮੀਲ ਵਰਕਰ। ਤੇ ਮਿਡ ਡੇ ਮੀਲ ਵਰਕਰ ਦੀ ਹਾਲਤ ਇਹ ਆ ਪੰਜਾਬ ਦੇ ਵਿੱਚ ਕਿ ਉਹਨਾਂ ਨੂੰ ਮਨਰੇਗਾ ਦੇ ਰੂਪ ਦੇ ਵਿੱਚ ਵੀ ਦਿਹਾੜੀ 272-73 ਰੁਪਏ ਆ ਤੇ ਉਹਨਾਂ ਨੂੰ 100 ਰੁਪਏ ਦਿੱਤਾ ਜਾਂਦਾ ਆ। ਤੇ ਕੋਈ ਜੇ ਦੁਰਘਟਨਾ ਹੋ ਜਾਏ, ਸਿਲੰਡਰ ਫਟ ਜਾਏ, ਕੁਝ ਵੀ ਹੋ ਜਾਏ, ਤੇ ਜੇ ਉਹ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ ਤੇ ਚਲੀ ਗਈ, ਉਸਦੇ ਵਿੱਚ 1 ਰੁਪਇਆ ਵੀ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ ਨਹੀਂ ਦੇਣਾ ਹੈਗਾ, ਕੋਈ ਕੰਪਨਸੇਸ਼ਨ ਨਹੀਂ ਗਈ। ਉਸ ਤੋਂ ਬਾਅਦ 4 ਰੁਪਏ 97 ਪੈਸੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇੱਕ ਬੱਚੇ ਤੇ ਖਰਚ ਰਹੇ ਹੋ ਖਾਣਾ ਦੇਣ ਤੇ ਉਸਦੇ ਵਿੱਚ ਤੁਸੀਂ ਆਪ ਦੇਖੋ 4 ਰੁਪਏ 97 ਦੇ ਵਿੱਚ ਕੀ ਆ ਸਕਦਾ ਆ। ਕਿਵੇਂ ਇੱਕ ਬੰਦੇ ਦੇ ਇੱਕ ਟਾਈਮ ਦੀ ਰੋਟੀ ਆਪਾਂ ਦੇ ਸਕਦੇ ਹੈਗੇ ਉਸਨੂੰ। ਤੇ ਫੂਡ ਗ੍ਰੇਨ ਦੀ ਕੁਆਲਿਟੀ ਹੈਗੀ ਆ ਉਹ ਪ੍ਰੋਪਰ, ਮਤਲਬ ਕਿ ਜਿਸ ਪੱਧਰ ਦੀ ਹੋਣੀ ਚਾਹੀਦੀ ਆ ਉਹ ਨਹੀਂ ਹੈਗੀ। ਤੇ ਸਭ ਤੋਂ ਮੁੱਖ ਜਿਹੜਾ ਰੋਣਾ ਹੈਗਾ ਇਸ ਦੇ ਵਿੱਚ ਵੀ 4 ਰੁਪਏ 97 ਪੈਸੇ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਇੱਕ ਬੰਦੇ ਦਾ ਢਿੱਡ ਭਰ ਸਕਦੇ ਹੋ ਇੱਕ ਟਾਈਮ ਦਾ। ਸਰਕਾਰ ਆਪਣੇ ਆંકੜੇ ਵਿੱਚ ਅਲਝਾ ਕੇ ਕਹਿ ਸਕਦੀ ਹੈ ਵੀ ਜਿਹੜਾ ਬੰਦਾ 24 ਰੁਪਏ ਤੋਂ ਵੱਧ ਕਮਾਉਂਦਾ ਆ, ਜਾਂ ਇਹਨਾਂ ਦੀ ਕੋਈ ਪਲੈਨਿੰਗ ਆਯੋਗ ਸੀ ਪਿੱਛੇ ਡਾਟਾ ਆਇਆ ਸੀ ਵੀ ਜਾਂ 30 ਰੁਪਏ ਕਮਾਉਂਦਾ ਆ, ਉਸ ਤੋਂ ਉੱਪਰਲਾ ਬੰਦਾ ਅਮੀਰ ਆ, ਉਹ ਗਰੀਬੀ ਰੇਖਾ ਦੇ ਵਿੱਚ ਨਹੀਂ ਆ। ਜੇ ਉਸ ਤਰੀਕੇ ਨਾਲ ਦੇਖੋਗੇ 4 ਰੁਪਏ 97 ਦੇ ਪੈਸੇ ਦੇ ਵਿੱਚ ਇਹ ਇੱਕ ਪਰਿਵਾਰ ਦਾ ਵੀ ਢਿੱਡ ਭਰ ਸਕਦੇ ਆ ਭਾਈ, ਜੇ ਕੋਈ ਇਹਨਾਂ ਕੋਲ ਐਸਾ ਕੋਈ ਡਾਟਾ ਪੇਸ਼ ਕਰਦਾ ਹੋ ਸਕਦਾ ਆ, ਖਿਡਾਰੀ ਦੇ ਹੈਗੇ ਆ ਇਹ। ਪਰ 4 ਰੁਪਏ 97 ਪੈਸੇ ਇੱਕ ਬੱਚੇ ਲਈ ਕਿੰਨਾ ਕੁ ਸਫੀਸ਼ੀਐਂਟ ਪੌਸ਼ਟਿਕ ਭੋਜਨ ਤੁਸੀਂ ਉਹਨੂੰ ਦੋਗੇ? ਇਹ ਲੋਕਾਂ ਦੀ ਅੱਖਾਂ 'ਚ ਵੀ ਧੂੜ ਪੱਟੀ ਜਾ ਰਹੀ ਆ ਕਿ ਸਰਕਾਰੀ ਸਕੂਲ ਦੇ ਵਿੱਚ ਖਾਣਾ ਫਰੀ ਆ, ਕਿਤਾਬਾਂ ਫਰੀ ਨੇ। ਤੇ ਕਿਤਾਬਾਂ ਦੀ ਗੱਲ ਕਰੀਏ ਕਿੱਥੋਂ ਛਪਦੀਆਂ, ਕੋਈ ਡਾਟਾ ਨਹੀਂ ਹੁੰਦਾ ਹੈਗਾ, ਉਹ ਇਹਨਾਂ ਦੀ ਆਪਣੀ ਪ੍ਰਿੰਟਿੰਗ ਪ੍ਰੈਸ ਆ, ਉੱਥੋਂ ਲੱਖਾਂ ਕਰੋੜਾਂ ਰੁਪਏ ਗਵਰਨ ਕਰ ਜਾਂਦੇ ਆ ਇਹ। ਤੇ ਮਿਡ ਡੇ ਮੀਲ ਦੇ ਵਿੱਚ ਬਹੁਤ ਮਾਈਨਰ ਜਿਹੜੀ ਕੁਕਿੰਗ ਕੋਸਟ ਆ ਦਿੱਤੀ ਜਾਂਦੀ ਹੈਗੀ ਹੈ। ਇਨਫਰਾਸਟ੍ਰਕਚਰ ਦੇ ਨਾਮ ਤੇ ਡੱਕਾ ਨਹੀਂ। ਸਰਕਾਰ ਨੇ ਇੱਕ ਵਾਰ ਰਸੋਈ ਬਣਾਉਣ ਲਈ 60-60 ਹਜ਼ਾਰ ਰੁਪਏ ਦਿੱਤੇ ਸੀਗੇ, ਮਤਲਬ ਕਿ 2009 ਦੇ ਵਿੱਚ। ਉਸ ਤੋਂ ਬਾਅਦ ਉਸ ਰਸੋਈ ਦੀ ਕੀ ਹਾਲਤ ਹੈ ਜਿੱਥੇ ਖਾਣਾ ਬਣਦਾ ਆ, ਜਿਨ੍ਹਾਂ ਟਾਟਾਂ ਦੇ ਬੈਠ ਕੇ ਉਹ ਖਾਣਾ ਖਾਂਦੇ ਆ ਬੱਚੇ, ਉਸ ਦੀ ਕੀ ਹਾਲਤ ਆ, ਇਹ ਕਿਸੇ ਮਾਂ ਦੇ ਪੁੱਤ ਨੇ ਨਹੀਂ ਪੁੱਛਿਆ। ਪਹਿਲਾਂ ਮਨਮੋਹਨ ਸਿੰਘ ਵੀ ਲਾ ਗਿਆ 10 ਸਾਲ ਤੇ ਹੁਣ ਦੂਜੀ ਟਰਮ ਦੇ ਵਿੱਚ ਨਰਿੰਦਰ ਮੋਦੀ ਵੀ ਚੱਲਦਾ ਪਿਆ ਆ। ਤੇ ਇਹ ਹਾਲਤ ਹੈਗੀ ਆ ਜਿਹੜੀ ਮਿਡ ਡੇ ਮੀਲ ਦੀ ਇਹਨਾਂ ਨੇ ਕੀਤੀ ਹੋਈ ਆ। ਪਰ ਹਾਂ, ਸਲੋਗਨ ਦੇ ਸਕਦੇ ਹੈਗੇ ਵੀ ਫੈਸਿਲਿਟੀਆਂ ਤੇ ਗਿਣਾਈਆਂ ਜਾ ਸਕਦੀਆਂ, ਉਹ ਬੋਰਡ ਭਰ ਦੇਣਗੇ, ਇੱਕ ਪਿੰਡ ਦਾ ਬੋਰਡ ਵੀ ਛੋਟਾ ਪੈ ਜਾਏਗਾ ਵੀ ਇੰਨੀ ਫੈਸਿਲਿਟੀਆਂ ਦੱਸ ਦੇਣਗੇ ਵੀ ਮਿਡ ਡੇ ਮੀਲ ਦੇ ਰਹੇ ਆ, ਵਰਦੀਆਂ ਦੇ ਰਹੇ ਆ। ਵਰਦੀਆਂ ਇਹਨਾਂ ਨੇ ਪਿੱਛੇ ਸਾਡਾ ਇੱਕ ਐਜੂਕੇਸ਼ਨ ਮਿਨਿਸਟਰ ਸੀ ਸੋਨੀ ਜੀ, ਉਹਨਾਂ ਨੇ ਵਰਦੀਆਂ ਦਾ ਠੇਕਾ ਕਿਸੇ ਉਸ ਨੂੰ ਦੇਤਾ ਪ੍ਰਾਈਵੇਟ ਫਰਮ ਨੂੰ, ਜੋ ਉਸਦੀ ਖੁਦ ਦੀ
ਆਪਣੇ ਲਿੰਕ ਵਿੱਚੋਂ ਸੀਗੀ, ਤੇ ਉਹ ਵਰਦੀਆਂ ਉਹ ਲੀਰਾਂ ਦੇ ਗਏ, ਕਿਸੇ ਦੇ ਨਾ ਕਿਸੇ ਦਾ ਬੂਟ ਦਾ ਸਾਈਜ਼ ਆਇਆ, ਤੇ ਉਹ ਨਾ ਕਿਸੇ ਨੂੰ ਪਾਉਣ ਵਿੱਚ ਨਾ ਕਰਨ ਵਿੱਚ। ਪਰ ਕੀ ਮਜ਼ਾਕ ਬਣਾਇਆ ਤੁਸੀਂ ਲੋਕਾਂ ਦਾ। ਸੋ ਇੱਥੇ ਫੈਸਿਲਿਟੀ ਦੇ ਨਾਮ ਤੇ ਹਰ ਇੱਕ ਮਤਲਬ ਕਿ ਸਲੋਗਨ ਹੈ ਉਹ ਜੋ ਵੀ ਕਹਾਂਗੇ ਆਪਾਂ, ਤੇ ਉਹ ਸਲੋਗਨ ਦਿੱਤਾ ਜਾ ਸਕਦਾ ਆ, ਤੇ ਉਹ ਦੱਬ ਕੇ ਦਿੱਤਾ ਜਾ ਰਿਹਾ ਹੈ। ਉਸਦੇ ਵਿੱਚ ਨਰਿੰਦਰ ਮੋਦੀ ਵੀ ਪਿੱਛੇ ਨਹੀਂ ਗਿਆ, ਤੇ ਉਸਦੇ ਪਿੱਛੇ ਵਿੱਚ ਜਿਹੜੀ ਚਰਨਜੀਤ ਚੰਨੀਆ ਜਾਂ ਕੈਪਟਨ ਅਮਰਿੰਦਰ ਸਿੰਘ ਹੈ ਇਹ ਵੀ ਪਿੱਛੇ ਨਹੀਂ ਸੀਗੇ। ਤੇ ਆਉਣ ਵਾਲਾ ਜਿਹੜਾ ਕੋਈ ਬੰਦਾ ਆਵੇਗਾ ਮੈਨੂੰ ਲੱਗਦਾ ਉਸ ਤੋਂ ਵੀ ਵੱਡਾ ਸਲੋਗਨ ਦੇ ਸਕਦਾ ਹੈਗਾ। ਇਹ ਸਲੋਗਨਾਂ ਦੀ ਜਿਹੜੀ ਖੇਡ ਹੈਗੀ ਉਹ ਚੱਲ ਰਹੀ ਹੈਗੀ ਹੈ। ਬਿਲਕੁਲ ਦਵਿੰਦਰ ਜੀ, ਕਿਉਂਕਿ ਕੰਟਰੈਕਚੁਅਲ EMPLOYE ਤੇ ਹਮੇਸ਼ਾ ਇੱਕ ਤਲਵਾਰ ਲਟਕ ਰਹੀ ਹੈ, ਉਹ ਕਦੀ ਵੀ ਫਾਇਰ ਹੋ ਸਕਦਾ ਹੈ। ਫਿਰ ਉਹਦੇ ਦਿਮਾਗ 'ਚ ਇਹ ਚੱਲ ਰਿਹਾ ਕਿ ਅਸੀਂ ਪੱਕੇ ਕਦੋਂ ਹੋਵਾਂਗੇ ਕਿ ਨਹੀਂ, ਕਿੰਨੀਆਂ ਸਹੂਲਤਾਂ ਨਹੀਂ ਮਿਲਦੀਆਂ। ਉਹ ਆਪਣੇ ਨਾਲ ਦੇ ਰੈਗੂਲਰ ਦੇ ਸਾਥੀ ਦੇਖਦਾ ਹੋਊਗਾ, ਯਾਰ ਵੀ ਅੱਛਾ ਇਹਦੇ ਕੋਈ ਬਿਮਾਰੀ ਆਈ ਤੇ ਇਹਨੂੰ ਰੀਇੰਬਰਸਮੈਂਟ ਮਿਲ ਗਈ ਮੈਡੀਕਲ। ਜਦੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਦਿਮਾਗ 'ਚ, ਕਿਤੇ ਨਾ ਕਿਤੇ ਕੰਟਰੈਕਚੁਅਲ EMPLOYE ਜਿੰਨਾ ਵਧੀਆ ਕੰਮ ਕਰ ਸਕਦਾ ਹੈ ਉਹ ਵੀ ਨਹੀਂ ਕਰਦਾ ਹੋਏਗਾ। ਇਹ ਵੀ ਹੈ, ਤੁਹਾਡਾ ਕੁਆਲਿਟੀ ਆਫ ਵਰਕ ਵੀ ਸਫਰ ਕਰਦਾ। ਸਰ, ਇੱਕ ਮੁਲਾਜ਼ਮ ਜਦੋਂ ਦਫ਼ਤਰ ਦੇ ਵਿੱਚ ਆਉਂਦਾ ਹੈ ਜਾਂ ਸਕੂਲ ਦੇ ਵਿੱਚ ਕੋਈ ਅਧਿਆਪਕ ਜਾਂਦਾ ਹੈ ਤੇ ਜਾਂ ਕਿਸੇ ਹਸਪਤਾਲ ਦੇ ਵਿੱਚ ਕੋਈ ਨਰਸ ਆਉਂਦੀ ਹੈਗੀ, ਤਾਂ ਉਹ ਆਪਣੇ ਵੱਲੋਂ ਆਪਣਾ 100% ਜਿਹੜਾ ਹੈਗਾ ਉਸ ਜੌਬ ਨੂੰ ਦਿੰਦਾ ਹੈ, ਉਸ ਕੰਮ ਨੂੰ ਦਿੰਦਾ ਹੈ। ਤੇ ਹਰ ਇੱਕ ਬੰਦੇ ਦੀ ਇਹੀ ਮਨਸ਼ਾ ਹੁੰਦੀ ਹੈ ਕਿ ਹਰ ਇੱਕ ਬੰਦੇ ਦੀ ਇਹ ਸੋਚ ਹੁੰਦੀ ਹੈ ਕਿ ਮੈਂ ਜਿਸ ਕੰਮ ਲਈ ਅਪਾਇੰਟ ਹੋਇਆ ਤੇ ਮੈਂ ਉਸ ਕੰਮ ਨਾਲ ਆਪਣਾ ਜਿਹੜਾ ਇਮਾਨਦਾਰੀ ਦੇ ਨਾਲ ਆਪਣਾ ਪੂਰਾ ਯੋਗਦਾਨ ਦੇਵਾਂ। ਤੇ ਪਰ ਨਾਲ ਹੀ ਜਿਹੜੀਆਂ ਤੁਹਾਡੇ ਵਾਲੀਆਂ ਗੱਲਾਂ ਨੇ, ਕਿਤੇ ਨਾ ਕਿਤੇ ਉਸ ਟਾਈਮ ਦੇ ਉੱਤੇ ਜਦੋਂ ਵਿਤਕਰੇਬਾਜ਼ੀ ਸਾਹਮਣੇ ਆਉਂਦੀ ਹੈਗੀ, ਬੰਦੇ ਨੂੰ ਦਿਖਦਾ ਹੈਗਾ ਕਿ ਮੇਰੇ ਨਾਲ ਦਾ ਬੈਠਾ ਇੱਕ ਬੰਦਾ ਉਸੇ ਕੰਮ ਦੇ ਲਈ ਮੇਰੇ ਤੋਂ 10 ਗੁਣਾ ਜ਼ਿਆਦਾ ਜਿਹੜਾ ਹੈਗਾ ਉਹਨੂੰ ਫਾਈਨੈਂਸ਼ੀਅਲ ਅਮਾਉਂਟ ਮਿਲਦੀ ਹੈਗੀ। ਜਦੋਂ ਕਿਤੇ ਕੋਈ ਜ਼ਰੂਰਤ ਪੈਂਦੀ ਹੈਗੀ, ਮੈਨੂੰ ਜਿਹੜੀ ਹੈਗੀ ਇੱਕ ਛੁੱਟੀ ਵੀ ਗਿਣ ਕੇ ਲੈਣੀ ਪੈਂਦੀ ਹੈ ਕਿ ਸ਼ਾਇਦ ਇਹ ਤੋਂ ਬਾਅਦ ਮੇਰੀ ਤਨਖਾਹ ਨਾ ਕੱਟ ਹੋ ਜਾਵੇ। ਬਿਲਕੁਲ। ਤੇ ਨਾਲ ਦੇ ਜਿਹੜਾ ਮੁਲਾਜ਼ਮ ਹੈਗਾ ਤੇ ਉਹਨੂੰ ਤਨਖਾਹ ਦੇ ਨਾਲ ਨਾਲ ਛੁੱਟੀਆਂ ਵੀ ਮਿਲਦੀਆਂ ਨੇ। ਤੇ ਉਹ ਤੋਂ ਬਾਅਦ ਜੇ ਕਹਿ ਦਈਏ ਵੀ ਜਦੋਂ ਜ਼ਰੂਰਤ ਪੈਂਦੀ ਹੈ ਕਿ ਕੋਈ ਮੈਡੀਕਲ ਸਹੂਲਤ ਦੀ ਜ਼ਰੂਰਤ ਪੈਂਦੀ ਹੈ, ਪਰਿਵਾਰ ਦੇ ਵਿੱਚ ਕੋਈ ਮੈਂਬਰ ਬਿਮਾਰ ਹੋ ਜਾਂਦਾ ਹੈਗਾ, ਖੁਦ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਤਾਂ ਉਹਦੇ ਲਈ ਮੈਡੀਕਲ ਰੀਇੰਬਰਸਮੈਂਟ ਵੀ ਜਿਹੜਾ ਹੈਗਾ ਇੱਕ ਰੈਗੂਲਰ ਮੁਲਾਜ਼ਮ ਨੂੰ ਮਿਲਦਾ ਹੈ। ਤੇ ਕੰਟਰੈਕਟ ਦੇ ਮੁਲਾਜ਼ਮ ਨੂੰ ਇਹ ਸਹੂਲਤਾਂ ਤੋਂ ਜਿਹੜਾ ਵਾਂਝਾ ਰੱਖਿਆ ਜਾਂਦਾ ਹੈ। ਤੇ ਇਨ ਬਿਟਵੀਨ ਕਿਤੇ ਨਾ ਕਿਤੇ ਕਈ ਵਾਰ ਮਿਸ ਹੈਪਨਿੰਗ ਵੀ ਹੁੰਦੀ ਹੈਗੀ। ਸਾਡੇ ਬਹੁਤ ਸਾਰੇ ਸਾਥੀਆਂ ਨੇ ਜਿਹੜੀਆਂ ਵੀ ਜਾਨਾਂ ਵੀ ਗਵਾ ਦਿੱਤੀਆਂ ਨੇ ਕਿਤੇ ਨਾ ਕਿਤੇ ਐਕਸੀਡੈਂਟ ਦੇ ਵਿੱਚ ਜਾ ਕੇ, ਹਨਾ। ਤੇ ਉਹਨਾਂ ਨੂੰ ਉਸ ਤੋਂ ਬਾਅਦ ਫੈਮਿਲੀ ਦੇ ਜਿਹੜਾ ਇੱਕ ਕਮਾਉਣ ਵਾਲਾ ਬੰਦਾ, ਸਿੰਗਲ ਅਰਨਿੰਗ ਪਰਸਨ ਹੋਵੇ, ਉਹੀ ਥੋੜੇ ਬਹੁਤ ਪੈਸੇ ਲੈਂਦਾ ਇਸ ਦੁਨੀਆ ਜਹਾਨ ਤੋਂ ਚਲਿਆ ਜਾਵੇ, ਤੇ ਉਹ ਤੋਂ ਬਾਅਦ ਉਸ ਪਰਿਵਾਰ ਨੂੰ ਕੋਈ ਵੀ ਫਾਈਨੈਂਸ਼ੀਅਲ ਸਹੂਲਤ ਨਹੀਂ ਮਿਲਣੀ, ਕੋਈ ਉਹਨਾਂ ਦੀ ਜਗ੍ਹਾ ਦੇ ਉੱਤੇ ਨੌਕਰੀ ਨਹੀਂ ਮਿਲਣੀ ਹੈਗੀ। ਤਾਂ ਇਹ ਗੱਲਾਂ ਕਿਤੇ ਨਾ ਕਿਤੇ ਇੱਕ ਮਾਨਸਿਕ ਤੌਰ ਦੇ ਉੱਤੇ ਬੰਦੇ ਨੂੰ ਜਿਹੜਾ ਜ਼ਰੂਰ ਸਟ੍ਰੈਸ ਦਿੰਦੀਆਂ ਨੇ, ਕਿਉਂਕਿ ਇਸ ਦੁਨੀਆ ਦੇ ਵਿੱਚ ਜੇ ਕਹਿ ਦਈਏ ਜਿਉਣ ਦੇ ਲਈ ਬੰਦੇ ਨੂੰ ਇੱਕ ਫਾਈਨੈਂਸ਼ੀਅਲ ਸਟੇਟਸ ਵਧੀਆ ਹੋਣਾ ਜ਼ਰੂਰੀ ਹੈ। ਉਹ ਜ਼ਰੂਰਤ ਹੈ ਕਿ ਹਰ ਇੱਕ ਬੰਦੇ ਦੀ ਕਿ ਉਹਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣ, ਤੇ ਉਹ ਪੂਰੀਆਂ ਕਰਨ ਦੇ ਲਈ ਉਹਦੇ ਕੋਲ ਪੈਸਾ ਵੀ ਹੋਵੇ, ਤੇ ਹੋ ਸਕੇ ਤਾਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜੇ ਉਹਨੂੰ ਸਰਕਾਰ ਦੇ ਵੱਲੋਂ ਕੋਈ ਸਹੂਲਤਾਂ ਮਿਲਦੀਆਂ ਨੇ ਤਾਂ ਉਹ ਪ੍ਰੋਪਰ ਮਿਲਣੀਆਂ ਚਾਹੀਦੀਆਂ ਜੋ ਨਾਲ ਦੇ ਮੁਲਾਜ਼ਮਾਂ ਨੂੰ ਮਿਲਦੀਆਂ ਹੋਣ। ਪਰ ਇਹ ਨਹੀਂ ਹੈਗਾ ਕਿ ਇਹਦੇ ਨਾਲ ਇੱਕ ਮੁਲਾਜ਼ਮ ਆਪਣਾ ਕੰਮ ਕਰਨਾ ਛੱਡ ਦਿੰਦਾ ਹੈਗਾ। ਸ਼ਾਇਦ ਇਹਨਾਂ ਗੱਲਾਂ ਕਰਕੇ ਸਰਕਾਰਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜੋ ਪੰਜਾਬ ਦੇ ਲੋਕ ਨੇ ਇੰਨੇ ਕੁ ਇਮਾਨਦਾਰ ਨੇ ਆਪਣੇ ਕੰਮ ਦੇ ਪ੍ਰਤੀ, ਕਿਉਂਕਿ ਮਿਹਨਤੀ ਜਿਹੜੀ ਕੌਮ ਪੰਜਾਬ ਗਿਣੀ ਜਾਂਦੀ ਹੈਗੀ, ਕਿ ਇਹ ਚਾਹੇ ਕਿਸੇ ਵੀ ਹਾਲਾਤਾਂ ਦੇ ਵਿੱਚ ਰਹਿ ਕੇ ਕੰਮ ਕਰਨ, ਇਹ ਆਪਣੀ ਜਿਹੜੀ ਵੀ ਡਿਊਟੀ ਨੂੰ ਡਿਊਟੀ ਸਮਝ ਕੇ ਪੂਰੀ ਇਮਾਨਦਾਰੀ ਦੇ ਨਾਲ, ਤਨਦੇਹੀ ਦੇ ਨਾਲ ਕੰਮ ਕਰਦੇ ਨੇ। ਤੇ ਸ਼ਾਇਦ ਤਾਂ ਹੀ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਕੋਈ ਜ਼ਿਆਦਾ ਸਹੂਲਤਾਂ ਦੇਣ ਦੀ ਜ਼ਰੂਰਤ ਨਹੀਂ ਹੈਗੀ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਇਹ ਸਹੂਲਤਾਂ ਲੈਣ ਦੇ ਲਈ ਸਾਨੂੰ ਸੰਘਰਸ਼ ਕਰਨਾ ਪੈਂਦਾ ਹੈ, ਅਸੀਂ ਸੜਕਾਂ ਤੇ ਆਉਣੇ ਆ, ਅਸੀਂ ਧਰਨੇ ਮੁਜ਼ਾਹਰੇ ਲਗਾਉਣੇ ਆ, ਤਾਂ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਹੈਗਾ ਕੰਮ ਜ਼ਰੂਰ ਸਫਰ ਕਰਦਾ ਹੈਗਾ। ਤੇ ਪਰ ਉਹ ਕੋਈ ਵੀ ਮੁਲਾਜ਼ਮ ਇਹ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਮੇਰੀ ਜਿਹੜੀ ਸੀਟ ਦਾ ਕੰਮ ਹੈਗਾ ਉਹ ਸਫਰ ਹੋਵੇ, ਤੇ ਮੇਰੇ ਨਾਲ ਜਿਹੜੇ ਡੀਲਿੰਗ ਲੋਕ ਨੇ ਜਿਨ੍ਹਾਂ ਨੇ ਵੀ ਆਉਣਾ ਹੈਗਾ ਤੇ ਉਹਨਾਂ ਨੂੰ ਜਿਹੜਾ ਵੀ ਕੰਮ ਦੇ ਵਿੱਚ ਕੋਈ ਕੁਤਾਹੀ ਸਾਡੇ ਵੱਲੋਂ ਵਰਤੀ ਜਾਵੇ। ਪਰ ਜ਼ਰੂਰ ਇਹ ਗੱਲ ਦਾ ਇੱਕ ਮਲਾਲ ਰਹਿੰਦਾ ਹੈ ਕਿ ਜਦੋਂ ਇੱਕ ਬੰਦਾ ਇੱਕ ਦਫ਼ਤਰ ਦੇ ਵਿੱਚ ਇਕੱਠੇ ਆਉਂਦੇ ਨੇ, ਉਹੀ ਟਾਈਮ ਉਹਨਾਂ ਨੇ ਦੇਣਾ, ਉਹੀ ਟਾਈਮ ਉਹਨਾਂ ਨੇ ਦੇਣਾ, ਤੇ ਉਹਨਾਂ ਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਨੇ ਤੇ ਨਾਲ ਦੇ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤੀਆਂ ਜਾਂਦੀਆਂ। ਇਹ ਜ਼ਰੂਰ ਇੱਕ ਕੰਟਰੈਕਟ ਦੇ ਮੁਲਾਜ਼ਮਾਂ ਦਾ ਜਿਹੜਾ ਤਰਾਸਦੀ ਰਹੀ ਹੈ। ਵੈਸੇ ਤਾਂ ਬਿਲਕੁਲ ਜਦੋਂ ਆਪਾਂ ਗੱਲ ਸੁਣੀਏ ਤਾਂ ਤੁਹਾਡੀ ਗੱਲ ਬਿਲਕੁਲ ਵਾਜਿਬ ਹੈ, ਤੁਹਾਡੀ ਮੰਗਾਂ ਬਿਲਕੁਲ ਜਾਇਜ਼ ਨੇ। ਪਰ ਜੇ ਪ੍ਰੈਕਟੀਕਲ ਗੱਲ ਕਰੀਏ ਪ੍ਰਵੀਨ ਜੀ, ਸਾਡੀ ਪੋਪੂਲੇਸ਼ਨ ਬਹੁਤ ਹੈ,
ਇਕਨੋਮਿਕਲੀ ਚਾਹੇ ਅਸੀਂ ਗਰੋ ਕਰੇ ਵੀ ਹਾਂ ਤੇ ਹੁਣ ਚਾਹੇ ਨਹੀਂ ਘੱਟ ਹੈ ਇਕਨੋਮੀ, ਪਰ ਸੱਚ ਇਹ ਵੀ ਤਾਂ ਹੈ ਕਿ ਜੇ ਸਿਰਫ ਪੰਜਾਬ ਦੀ ਵੀ ਗੱਲ ਕਰੀਏ ਤਾਂ ਫਾਈਨੈਂਸਿਸ ਮੈਨੇਜ ਕਰਨੇ ਵੀ ਬਹੁਤ ਔਖੇ ਨੇ। ਸੋ ਜਿੰਨੇ ਜ਼ਿਆਦਾ ਹੁਣ ਕੰਟਰੈਕਚੁਅਲ EMPLOYEES ਨੇ ਉਹਨਾਂ ਨੂੰ ਪੱਕਾ ਸਰਕਾਰ ਕਿਵੇਂ ਕਰ ਦੇਵੇ, ਉਹਨਾਂ ਨੂੰ ਦੇਣ ਲਈ ਫਿਰ ਇੰਨਾ ਪੈਸਾ ਕਿੱਥੋਂ ਆਉਣਾ? ਕੀ ਆਪਣੇ ਕੋਲ ਕੋਈ ਪ੍ਰੈਕਟੀਕਲ ਸੋਲੂਸ਼ਨ ਹੈ ਇਹਦਾ? ਸਰ ਇਸ ਦੇ ਵਿੱਚ ਬਹੁਤ ਸੁੰਦਰ ਪ੍ਰੈਕਟੀਕਲ ਸੋਲੂਸ਼ਨ ਹੈ। ਦੇਖੋ, ਜਿੱਥੋਂ ਸਰਕਾਰ ਨੂੰ ਪੈਸਾ ਆਣਾ ਆ, ਉਸ ਪੈਸੇ ਦੇ ਤੇ ਜਿਹੜੇ ਇਹ ਆਪ ਹੀ ਬੈਠੇ ਹੈਗੇ ਆ, ਰਿਚ ਬੈਠੇ ਆ, ਇਹਨਾਂ ਟਰਾਂਸਪੋਰਟ ਆ, ਟਰਾਂਸਪੋਰਟ ਤੋਂ ਜਿੰਨਾ ਰੈਵਨਿਊ ਜਨਰੇਟ ਹੋ ਸਕਦਾ ਆ ਉਹ ਸਾਰਾ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ 5 ਬੱਸਾਂ ਤੋਂ 500 ਪਤਾ ਨਹੀਂ ਕਿੰਨੀ ਬੱਸ ਬਣ ਗਈ ਹੈ ਜੀ। ਹੋਰ ਬਹੁਤ ਟਰਾਂਸਪੋਰਟ ਬੈਠੇ ਆ ਕਿ ਪਰਮਿਟ ਤੇ ਕਿੰਨੇ ਜਿਹੜੇ ਬੱਸਾਂ ਚੱਲਦੀਆਂ ਹੈਗੀਆਂ। ਰੇਤਾ ਆ, ਸ਼ਰਾਬ ਹੈ, ਹਰ ਤਰ੍ਹਾਂ ਦੇ ਮਾਫੀਆ, ਕੇਬਲ ਮਾਫੀਆ। ਸਰਕਾਰ ਨੂੰ ਪੈਸਾ ਆਵੇਗਾ ਕਿੱਥੋਂ ਵੀਰੋ? ਤੇ ਜੇ ਜਦੋਂ ਤੱਕ ਉਹਨਾਂ ਸੋਰਸਿਸ ਨੂੰ ਸਹੀ ਯੂਟਿਲਾਈਜ਼ ਨਹੀਂ ਕੀਤਾ ਜਾਂਦਾ, ਉਸਦਾ ਜਿਹੜਾ ਖਜ਼ਾਨੇ ਦਾ ਮੂੰਹ ਪ੍ਰਾਈਵੇਟ ਹੱਥਾਂ ਵੱਲ ਆ, ਉਹ ਸਰਕਾਰੀ ਕਰਨ ਵੱਲ ਨਹੀਂ ਆ ਜਾਂਦਾ, ਤਦ ਤੱਕ ਇਸਦਾ ਹੱਲ ਹੀ ਰਹਿਣਾ ਆ। ਤੇ ਜਿਹੜੇ ਬੰਦੇ ਹੱਲ ਕਰਨ ਵਾਲੇ ਆ ਉਹੀ ਬੰਦੇ ਲੁੱਟ ਮਚਾ ਰਹੇ ਆ। ਤੇ ਉਹਨਾਂ ਤੋਂ ਆਪਾਂ ਕਿਵੇਂ, ਜਦੋਂ ਤੱਕ ਦੇਖੋ ਇਹ ਜਿਹੜਾ ਪ੍ਰਬੰਧ ਹੈ, ਇਹ ਜੋ ਪੋਲੀਟੀਕਲੀ ਪ੍ਰਬੰਧ ਹੈ, ਜਿਸ ਦੇ ਵਿੱਚ ਮਤਲਬ ਜੋ ਰਿਚ ਬੰਦੇ ਨੇ ਉਹੀ ਬੰਦੇ ਵੋਟਾਂ ਲੜ ਰਹੇ ਨੇ, ਤੇ ਉਹ ਕਿਉਂ ਇਸ ਚੀਜ਼ ਨੂੰ ਬਦਲਣਾ ਚਾਹਣਗੇ? ਉਹਨਾਂ ਦੇ ਤੇ ਮੌਜਾਂ ਲੱਗੀਆਂ ਹੋਈਆਂ ਜੀ ਭਾਈ ਸਾਹਿਬ। ਉਹਨਾਂ ਦੀ ਬੱਸਾਂ ਫਰੀ ਚੱਲਦੀਆਂ ਪਈਆਂ, ਰੇਤੇ ਦੇ ਖੱਡਾਂ ਦੀਆਂ ਟਰੱਕਾਂ ਦੇ ਟਰੱਕ ਉਹ ਰੇਤੇ ਦੀ ਨਹੀਂ ਭਰ ਕੇ ਜਾ ਰਹੇ, ਉਹ ਪੈਸਿਆਂ ਦੇ ਭਰ ਕੇ ਉਹਨਾਂ ਦੇ ਘਰਾਂ ਦੇ ਵੱਲ ਜਾ ਰਹੇ ਹੈਗੇ ਆ। ਤੇ ਉਹਨਾਂ ਨੂੰ ਕੀ ਲੋੜ ਪਈ ਹੈ ਇਸ ਪ੍ਰਬੰਧ ਨੂੰ ਬਦਲਣਗੇ? ਜਿਹੜੇ ਬੰਦਿਆਂ ਨੇ ਇਸ ਪ੍ਰਬੰਧ ਦੇ ਨਪੀੜੇ ਹੋਏ ਆ, ਉਹ ਬੰਦੇ ਦੇ ਪਿੱਟਦੇ ਪਏ ਆ, ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈਗਾ। ਸੋ ਇਹਦੇ ਇਕੱਠਾ ਹੋ ਕੇ ਹਮਲਾ ਮਾਰ ਕੇ ਹੁਣ ਜਿਹੜੀ ਸਰਕਾਰ ਹੈ ਉਹ ਲਾਇਸੈਂਸਡ ਡਾਕੂ ਆ ਸਰਕਾਰ। ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਲਾਇਸੈਂਸ ਹੈ ਸਰਕਾਰ ਕੋਲ ਲੁੱਟਣ ਦਾ। ਤੁਸੀਂ ਗੱਲ ਦੇਖੋ, ਅਸੀਂ ਉਹਨੂੰ ਠੇਕੇ ਦੇ ਕੰਮ ਕਰਦੇ ਆ, ਸਾਡੇ ਨਾਲ ਦਾ ਬੰਦਾ ਸੇਮ ਕੰਮ ਕਰਦਾ ਆ ਤੇ ਉਸਨੂੰ ਪੂਰੀ ਉਜਰਤ ਮਿਲਦੀ ਆ, ਜੋ ਵੀ ਉਸਦੀ ਸੈਲਰੀ ਆ, ਤੇ ਉਸ ਤੋਂ 10 ਗੁਣਾ ਸਾਨੂੰ ਘੱਟ ਮਿਲਦੀ ਆ। ਕੱਲ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਬੰਦੇ ਨਾਲ ਕੰਮ ਕੀਤਾ ਤੇ ਉਹ ਬੰਦਾ ਉਸਦੀ ਦਿਹਾੜੀ ਦਾ ਉਸਨੂੰ ਕਹਿੰਦਾ ਮੈਂ ਤੇ ਤੈਨੂੰ 10 ਰੁਪਏ ਦਊਂਗਾ ਦਿਹਾੜੀ ਕਰਾ ਕੇ। ਉਹ ਬੰਦਾ ਕਿੱਥੇ ਜਾਏਗਾ ਜੀ? ਉਹ ਬੰਦਾ ਜਾਏਗਾ ਕੋਰਟ ਵਿੱਚ, ਉਹ ਬੰਦਾ ਜਾਏਗਾ ਪੁਲਿਸ ਕੋਲ, ਮਤਲਬ ਉਹ ਬੰਦਾ ਜਾਏਗਾ ਸਰਕਾਰ ਕੋਲ ਵੀ ਇਹ ਬੰਦੇ ਨੇ ਮੇਰੇ ਨਾਲ ਅਨਿਆਏ ਕੀਤਾ ਆ, ਮੇਰੀ ਦਿਹਾੜੀ ਕਰਾ ਕੇ ਮੈਨੂੰ ਤੇ 10 ਰੁਪਏ ਦਿੱਤੇ ਆ। ਤੇ ਸਰਕਾਰ ਕੀ ਕਰਦੀ ਆ? ਸਰਕਾਰ ਟੀਚਰ ਕਿੰਨੇ ਵਿੱਚ ਰੱਖਦੀ ਆ? ਸਰਕਾਰ ਰੱਖਦੀ ਹੈ 6000 ਵਿੱਚ। ਸਰਕਾਰ ਦਿਹਾੜੀ ਕਿੰਨੀ ਦਿੰਦੀ ਆ? ਉਹ ਵੀ 10 ਰੁਪਏ ਦੇ ਰਹੀ ਹੈ ਦਿਹਾੜੀ। ਉਹ ਕਿਸ ਮੂੰਹ ਨਾਲ ਉਸਨੂੰ ਇਨਸਾਫ ਦੇਗੀ? ਤੁਸੀਂ ਇਸ ਗੱਲ ਨੂੰ ਦੇਖੋ, ਜਿਹੜੀ ਆਪ ਲੁੱਟਦੀ ਹੋਵੇ ਧਿਰ, ਉਹ ਬੰਦੇ ਨੂੰ ਕਿਵੇਂ ਇਨਸਾਫ ਦੇ ਸਕਦੀ ਆ? ਜਿਹੜੀ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ, ਲੋਕ ਸੁਸਾਈਡ ਕਰਨ ਲਈ ਮਜਬੂਰ ਆ, ਜੋ ਬੱਚੇ ਨਹੀਂ ਪੜ੍ਹਾ ਪਾ ਰਹੇ ਆਪਣੇ ਇਸ ਪ੍ਰਬੰਧ ਦੇ ਵਿੱਚ, ਤੇ ਉਹ ਲੋਕਾਂ ਨੂੰ ਜਸਟੀਫਿਕੇਸ਼ਨ ਦੇਣ ਦੀ, ਲੋਕਾਂ ਨੂੰ ਨਿਆਂ ਦੇਣ ਦੀ ਉਹਨਾਂ ਕੋਲ ਕੀ ਰੀਤ ਹੈ ਭਾਈ ਸਾਹਿਬ? ਸੋ ਇਸ ਦੇ ਲਈ ਇਹ ਜਿਹੜਾ, ਹਾਂਜੀ, ਇਸ ਦਾ ਹੱਲ ਮੈਂ ਦੱਸਦਾ ਤੁਹਾਨੂੰ। ਦੇਖੋ, ਇਸ ਦਾ ਅਲਟੀਮੇਟ ਹੱਲ ਹੈ ਕਿ ਇੱਕ ਵੱਡੇ ਪੱਧਰ ਦਾ ਸਾਨੂੰ ਬਦਲਾਅ ਚਾਹੀਦਾ ਆ। ਤੇ ਜਿਸ ਤਰੀਕੇ ਨਾਲ 3 ਖੇਤੀ ਕਾਨੂੰਨ ਸੀਗੇ, ਉਹ ਖੇਤੀਬਾੜੀ ਸੈਕਟਰ ਉੱਪਰ ਪੰਜਾ ਸੀਗਾ, ਤੇ ਉਸਦੇ ਥਰੂ ਜਿਹੜੀ ਇਹ ਰੋਟੀ ਆਪਾਂ ਖਾਂਦੇ ਪਏ ਆ ਭਾਈ ਸਾਹਿਬ, ਇਸਨੇ ਵੀ ਸਾਡੇ ਹੱਥ ਤੋਂ ਚਲਾ ਜਾਣਾ ਸੀਗਾ। ਫਿਰ ਘਾਹ ਫੂਸ ਆਪਾਂ ਖਾ ਨਹੀਂ ਸਕਦੇ ਕਿਉਂਕਿ ਆਪਾਂ ਜਾਨਵਰ ਨਹੀਂ ਹੈਗੇ, ਤੇ ਉਸ ਤੋਂ ਬਾਅਦ ਮੌਤ ਦਰ ਹੋਰ ਵੱਧ ਜਾਣੀ ਸੀ। ਪਰ ਕਿਸਾਨ ਲੀਡਰਸ਼ਿਪ ਸੀ, ਜੋ ਵੀ ਜਥੇਬੰਦੀ ਸੀਗੀਆਂ, ਉਹਨਾਂ ਨੂੰ ਵਧਾਈ ਹੈ ਕਿ ਉਹਨਾਂ ਨੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਿਆ, ਇਸ ਖਤਰੇ ਨੂੰ, ਤੇ ਉਹਨਾਂ ਨੇ ਪੰਜਾਬ ਦੇ ਹਰ ਬੰਦੇ ਨੂੰ, ਦੇਸ਼ ਦੇ ਹਰ ਬੰਦੇ ਨੂੰ, ਸੰਸਾਰ ਦੇ ਹਰ ਬੰਦੇ ਨੂੰ ਉਸ ਪੀੜਾ ਤੋਂ ਕੱਢਿਆ ਬਾਹਰ। ਹੁਣ ਉਸ ਤੋਂ ਅਗਲਾ ਜੋ ਮੈਟਰ ਹੈ ਇਸ ਪ੍ਰਬੰਧ ਨੂੰ ਬਦਲਣ ਦਾ, ਇਹ ਨਾ ਤੇ ਮੇਰੇ ਬਦਲਣਾ, ਨਾ ਤੁਹਾਡੇ ਬਦਲਣਾ, ਨਾ ਇਹ ਇਕੱਲੇ ਕਿਸਾਨ ਦੀ ਜ਼ਿੰਮੇਵਾਰੀ ਆ। ਇਸ ਲਈ ਤੇ ਜੋ ਜਾਗਰੂਕ ਲੋਕ ਨੇ ਉਹ ਇਕੱਠੇ ਹੋਣ, ਜਿਸ ਤਰੀਕੇ ਨਾਲ ਕਿਸਾਨ ਆਪਣੀ ਜਿਹੜੀ ਖੇਤੀ ਆ ਉਸ ਨੂੰ ਬਚਾ ਗਏ, ਉਹਨਾਂ ਨੇ ਫਸਲਾਂ ਬਚਾ ਲਈਆਂ, ਪਰ ਅਜੇ ਨਸਲਾਂ ਨੂੰ ਬਚਾਉਣ ਦੀ ਮੂਵਮੈਂਟ ਬਾਕੀ ਆ, ਤੇ ਉਹ ਮੂਵਮੈਂਟ ਲੜੀ ਜਾਏਗੀ। ਇਸ ਜਿਹੜਾ ਇਹ ਪੂਰਾ ਗੰਦ ਭਰਿਆ ਪਿਆ ਹੈ ਪੋਲਿਟਿਕਸ ਦੇ ਵਿੱਚ ਜਾਂ ਇਸ ਪ੍ਰਬੰਧ ਦੇ ਵਿੱਚ, ਇਸ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ, ਕਿ ਨਵੀਂ ਵਿਵਸਥਾ ਕਾਇਮ ਕਰਨ ਦੀ ਜ਼ਰੂਰਤ ਆ। ਤਦ ਤੱਕ ਫਿਰ ਇਹ ਚੀਜ਼ਾਂ ਐਵੇਂ ਚੱਲਦੀਆਂ ਰਹਿਣੀਆਂ। ਬਿਲਕੁਲ। ਦਵਿੰਦਰ ਜੀ, ਆਖਰੀ ਸਵਾਲ ਮੇਰਾ ਬਸ ਇਹ ਹੈ ਕਿ ਕੀ ਕਿਸੇ ਹੋਰ ਸੂਬੇ 'ਚ ਜਾਂ ਕਿਸੇ ਹੋਰ ਦੇਸ਼ ਵਿੱਚ ਆਪਣੇ ਕੋਲ ਇਹੋ ਜਿਹਾ ਐਗਜ਼ਾਮਪਲ ਹੈ ਕਿ ਜਿਹੜੀ ਸਰਕਾਰੀ ਸੰਸਥਾਵਾਂ ਨੇ, ਸਰਕਾਰੀ ਇੰਸਟੀਟਿਊਸ਼ਨਸ ਨੇ, ਇੱਕ ਤਾਂ ਉਹ ਬਹੁਤ ਸਕਸੈਸਫੁਲ ਨੇ ਤੇ ਦੂਸਰਾ ਉਹ ਰੈਵਨਿਊ ਜਨਰੇਟਿੰਗ ਨੇ, ਤਾਂ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਉਹਨਾਂ ਦੇ ਬਣਦੇ ਹੱਕ, ਬਣਦੇ ਪੈਸੇ ਮਿਲ ਪਾ ਰਹੇ ਨੇ? ਜੇ ਆਪਾਂ ਕਹਿ ਦਈਏ ਸਿੱਖਿਆ ਨੂੰ ਛੱਡ ਕੇ ਬਾਕੀ ਜਿਹੜੇ ਵੀ ਮਹਿਕਮੇ ਹੈਗੇ ਨੇ, ਸਾਰੇ ਮਹਿਕਮੇ ਰੈਵਨਿਊ ਜਨਰੇਟਡ ਹੈਗੇ ਨੇ, ਤੇ ਉਹਨਾਂ ਨੂੰ ਜੇ ਸਹੀ ਢੰਗ ਤਰੀਕੇ ਨਾਲ ਸਰਕਾਰ ਵਰਤੇ, ਸਹੀ ਉਹਨਾਂ ਤੋਂ ਰੈਵਨਿਊ ਜਨਰੇਟ ਕਰੇ, ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਨਫਰਾਸਟ੍ਰਕਚਰ ਜਿਹੜਾ ਪ੍ਰਦਾਨ ਕਰਕੇ ਚਲਾਵੇ, ਤਾਂ ਹਰ ਇੱਕ ਜਿਹੜੀ ਇਹ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਜੇ ਆਪਾਂ ਕਹਿ ਦਈਏ ਆਪਣੇ ਦੇਸ਼ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਐਗਜ਼ਾਮਪਲ ਆਪਾਂ ਲੈ ਨਹੀਂ ਸਕਦੇ, ਕਿਉਂਕਿ ਜਿਹੜੀਆਂ
ਨੀਤੀਆਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇੱਕ ਸਰਕਾਰ ਜਿਹੜੀ ਹੈਗੀ ਚਿਹਰਾ ਬਦਲ ਜਾਂਦੀ ਹੈਗੀ, ਪਰ ਨੀਤੀਆਂ ਉਹਨਾਂ ਕੋਲ ਉਹੀ ਨੇ। ਉਹੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਇਹਨਾਂ ਨੇ ਇੰਪਲੀਮੈਂਟ ਕਰਨ ਦੇ ਲਈ ਸਾਰੇ ਦੇਸ਼ ਦੇ ਵਿੱਚ ਨੀਤੀ ਚਲਾਈ ਹੋਈ ਹੈ ਕਿ ਸਰਕਾਰੀ ਅਦਾਰੇ ਜਿਹੜੇ ਪ੍ਰਾਈਵੇਟਾਈਜੇਸ਼ਨ ਵੱਲ ਲਿਜਾਏ ਜਾਣ, ਤੇ ਉਹ ਸਾਰੀਆਂ ਸਟੇਟਾਂ ਦਾ ਲਗਭਗ ਉਹੀ ਹਾਲ ਹੀਲ ਹੈ। ਚਾਹੇ ਉੱਥੇ ਮਨਮੋਹਨ ਸਿੰਘ ਬੈਠਾ ਸੀ ਕਿਸੇ ਟਾਈਮ ਦੇ ਉੱਤੇ, ਚਾਹੇ ਨਰਿੰਦਰ ਮੋਦੀ ਨੇ ਆ ਕੇ ਉਹ ਜਿਹੜੀ ਨੀਤੀ ਹੈਗੀ ਬਹੁਤ ਜਿਹੜੀ ਕਿ ਤੇਜ਼ੀ ਦੇ ਨਾਲ ਇੰਪਲੀਮੈਂਟ ਕੀਤੀ ਹੈ ਕਿ ਕਾਰਪੋਰੇਟ ਸੈਕਟਰ ਨੂੰ ਜਿਹੜਾ ਹੈਗਾ बढ़ावा ਦਿੱਤਾ ਜਾਵੇ ਤੇ ਸਰਕਾਰੀ ਜਿਹੜੇ ਅਦਾਰੇ ਨੇ ਖਤਮ ਕੀਤੇ ਜਾਣ। ਤੇ ਪਰ ਜੇ ਆਪਾਂ ਕਹਦੇ ਵੀ ਬਾਹਰਲੀਆਂ ਸਟੇਟਾਂ ਕੰਟਰੀਜ਼ ਤੋਂ ਇਹਨਾਂ ਚੀਜ਼ਾਂ ਦੀਆਂ ਐਗਜ਼ਾਮਪਲਾਂ ਆਪਾਂ ਲੈ ਸਕਦੇ ਹਾਂਗੇ। ਜੇ ਆਪਾਂ ਫੋਰਨ ਦੇ ਵਿੱਚ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ, ਚਾਹੇ ਉਹ ਛੋਟੀ ਤੋਂ ਛੋਟੀ ਕੰਟਰੀ ਹੋਵੇ, ਤੇ ਉੱਥੇ ਹਰ ਇੱਕ ਸਹੂਲਤ ਜਿਹੜੀ ਹੈਗੀ ਸਰਕਾਰੀ ਅਦਾਰਿਆਂ ਦੇ ਨਾਲ ਜੁੜੀ ਹੋਈ ਹੈਗੀ। ਹਰ ਇੱਕ ਕੰਮ ਜਿਹੜਾ ਹੈਗਾ ਸਰਕਾਰੀ ਅਦਾਰਿਆਂ ਦੇ ਥਰੂ ਕੀਤਾ ਜਾਂਦਾ ਹੈਗਾ। ਹਰ ਇੱਕ ਸਹੂਲਤ ਬੰਦੇ ਨੂੰ ਜਿਹੜਾ ਵੀ ਸਰਕਾਰੀ ਹੱਥਾਂ ਦੇ ਵਿੱਚੋਂ ਦਿੱਤੀ ਜਾਂਦੀ ਹੈਗੀ, ਤੇ ਉਹ ਪੰਜਾਬ ਦੇ ਵਿੱਚ ਜਾਂ ਆਪਣੇ ਇੰਡੀਆ ਦੇ ਵਿੱਚ ਕਿਉਂ ਨਹੀਂ ਇੰਪਲੀਮੈਂਟ ਕੀਤੀ ਜਾ ਸਕਦੀ? ਤੇ ਇਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਬੰਨੇ ਹੋਏ ਨੇ, ਇਹ ਵਰਲਡ ਬੈਂਕ ਦੀਆਂ ਨੀਤੀਆਂ ਦੇ ਬੰਨੇ ਹੋਏ ਨੇ ਕਿ ਇਹ ਕਾਰਪੋਰੇਟ ਸੈਕਟਰ ਨੂੰ ਨਾ ਚਾਹੁੰਦੇ ਹੋਏ ਵੀ, ਸ਼ਾਇਦ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਨਾ ਚਾਹੁੰਦੇ ਹੋਏ ਵੀ ਕਾਰਪੋਰੇਟ ਸੈਕਟਰ ਦੇ ਪੰਜੇ ਤੋਂ ਬਾਹਰ ਨਹੀਂ ਆ ਰਹੇ ਹੈਗੇ। ਇਹਨਾਂ ਸਰਕਾਰਾਂ ਨੂੰ ਚਲਾਉਣ ਦੇ ਲਈ ਬਹੁਤ ਵੱਡਾ ਹੱਥ ਜਿਹੜਾ ਕਾਰਪੋਰੇਟ ਸੈਕਟਰ ਦਾ ਹੁੰਦਾ ਹੈ, ਜੋ ਆਪਾਂ ਨੇ ਹੁਣੇ ਹੀ ਪਿੱਛੇ ਕਿਸਾਨ ਅੰਦੋਲਨ ਦੇ ਵਿੱਚ ਵੀ ਦੇਖਿਆ ਹੈਗਾ ਕਿ ਸਰਕਾਰਾਂ ਨੂੰ ਚਲਾਉਣ ਦੇ ਲਈ ਸਰਕਾਰ ਦੇ ਜਿਹੜੇ ਚਿਹਰੇ ਵਰਤੇ ਗਏ ਨੇ, ਮੰਤਰੀਆਂ ਦੇ ਚਿਹਰੇ ਵਰਤੇ ਗਏ ਨੇ, ਪਰ ਉਹਨਾਂ ਨੂੰ ਚਲਾਉਣ ਦੇ ਲਈ ਜਿਹੜਾ ਕਾਰਪੋਰੇਟ ਸੈਕਟਰ ਦਾ ਪੂਰਾ ਹੱਥ ਉਹਨਾਂ ਦੇ ਉੱਤੇ ਰਹੇਗਾ। ਇਹ ਤੇ ਉਸ ਚੀਜ਼ ਦਾ ਜਿਹੜਾ ਵਿਰੋਧ ਕਰਦੇ ਹੋਏ ਕਿਸਾਨ ਅੰਦੋਲਨ ਨੇ ਜਿਹੜੀ ਇੱਕ ਜਿੱਤ ਪ੍ਰਾਪਤ ਕੀਤੀ ਹੈਗੀ ਤੇ ਇੱਕ ਨੀਤੀ ਨੂੰ ਜਿਹੜਾ ਹੈਗਾ, ਮਾੜੀ ਨੀਤੀ ਨੂੰ ਇੰਪਲੀਮੈਂਟ ਹੋਣ ਤੋਂ ਰੋਕਿਆ ਹੈਗਾ। ਤੇ ਉਹੀ ਚੀਜ਼ਾਂ ਨੇ ਹਰ ਇੱਕ ਵਰਗ ਨੂੰ, ਹਰ ਇੱਕ ਬੰਦੇ ਨੂੰ ਇਸ ਚੀਜ਼ ਦੇ ਖਿਲਾਫ ਉੱਠਣਾ ਪੈਣਾ ਹੈ, ਲੜਨਾ ਪੈਣਾ ਹੈਗਾ, ਤਾਂ ਕਿ ਜਿਹੜੀਆਂ ਕਾਰਪੋਰੇਟ ਸੈਕਟਰ ਦੀਆਂ ਨੀਤੀਆਂ ਨੂੰ ਖਤਮ ਕਰਕੇ ਸਰਕਾਰੀ ਅਦਾਰੇ ਸਰਕਾਰੀ ਢੰਗ ਤਰੀਕੇ ਨਾਲ ਬਹਾਲ ਕੀਤੇ ਜਾਣ ਤੇ ਉਹਨਾਂ ਨੂੰ ਰੈਵਨਿਊ ਜਨਰੇਟਡ ਜਿਹੜਾ ਆਪਾਂ ਬਣਾ ਸਕਦੇ ਹਾਂ, ਲੈ ਸਕਦੇ ਹਾਂ। ਜੇ ਕਹਿ ਦਈਏ ਪੰਜਾਬੀ ਯੂਨੀਵਰਸਿਟੀ ਦੀ ਗੱਲ ਲੈ ਲਓ, ਪਿੱਛੇ ਜੇ ਕਿੰਨਾ ਇਹਨਾਂ ਦਾ ਬਵਾਲ ਚੱਲਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਕਿੰਨੇ ਘਾਟੇ ਦੇ ਵਿੱਚ ਚਲੀ ਗਈ ਹੈਗੀ। ਤੇ ਆਪਾਂ ਜੇ ਗੱਲ ਕਰੀਏ ਤਾਂ ਸਕੂਲਾਂ ਨੂੰ ਛੱਡ ਕੇ, ਸਕੂਲਾਂ ਦੇ ਵਿੱਚ ਜ਼ਰੂਰ ਇੱਕ RTE ਦੇ ਤਹਿਤ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਵੀ ਫ੍ਰੀ ਸਟੱਡੀ ਦਿੱਤੀ ਜਾਂਦੀ ਹੈਗੀ, ਪਰ ਹਾਇਰ ਐਜੂਕੇਸ਼ਨ ਦੇ ਵਿੱਚ ਕੋਈ ਫ੍ਰੀ ਸਟੱਡੀ ਨਾਮ ਦੀ ਚੀਜ਼ ਨਹੀਂ ਹੈਗੀ। ਤੇ ਉੱਥੇ ਫੀਸਾਂ ਵੀ ਵਸੂਲੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਰੈਵਨਿਊ ਜਨਰੇਟਡ ਆਪਾਂ ਮੰਨ ਸਕਦੇ ਹਾਂ, ਕਹਿ ਸਕਦੇ ਹਾਂ ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ। ਪਰ ਇੱਥੇ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਇਸ ਢੰਗ ਨਾਲ ਚੱਲਦੀਆਂ ਨੇ ਕਿ ਉਹਨਾਂ ਅਦਾਰਿਆਂ ਨੂੰ ਵੀ ਇਹ ਘਾਟੇ ਦੇ ਵਿੱਚ ਦਿਖਾ ਕੇ ਉਹਨਾਂ ਨੂੰ ਬੰਦ ਕਰਨ ਦੀ ਕਗਾਰ ਤੇ ਲੈ ਕੇ ਜਾਂਦੇ ਨੇ, ਜਾਂ ਉਹਨਾਂ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ, ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀਆਂ ਜਿਹੜੀਆਂ ਨੀਤੀਆਂ ਸਰਕਾਰ ਵੱਲੋਂ ਚੱਲਦੀਆਂ ਨੇ। ਪਿੱਛੇ ਜੇ ਹੁਣ ਰੋਡਵੇਜ਼ ਦੇ ਵਿੱਚ ਜਿਹੜੇ ਇਹਨਾਂ ਨੇ ਕਿਰਾਏ ਮਾਫ ਕੀਤੇ ਨੇ, ਤੇ ਉਹ ਪੈਰਲਰ ਜਿਹੜੀਆਂ ਵੀ ਪ੍ਰਾਈਵੇਟ ਬੱਸਾਂ ਇਹਨਾਂ ਦੇ ਆਪਣੇ ਮੰਤਰੀਆਂ ਸੰਤਰੀਆਂ ਦੀਆਂ ਚੱਲਦੀਆਂ ਨੇ, ਉਹਨਾਂ ਨੂੰ ਪਰਮਿਟ ਦਿੱਤੇ ਜਾਂਦੇ ਨੇ, ਉਹਨਾਂ ਨੂੰ ਰੈਵਨਿਊ ਦਿੱਤਾ ਜਾਂਦਾ ਹੈ, ਤੇ ਆਪਣਾ ਰੈਵਨਿਊ ਤੇ ਇਹ ਕੱਟ ਮਾਰ ਰਹੇ ਨੇ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੀਆਂ ਸਿਰਫ ਇੱਕੋ ਇੱਕ ਮਨਸ਼ਾ ਦੇ ਨਾਲ ਚੱਲਦੀ ਹੈ ਕਿ ਜੋ ਰੈਵਨਿਊ ਜਨਰੇਟਡ ਮਹਿਕਮੇ ਹੈਗੇ ਨੇ ਉਹਨਾਂ ਨੂੰ ਘਾਟੇ ਦੇ ਵਿੱਚ ਦਿਖਾਇਆ ਜਾਵੇ, ਤੇ ਘਾਟੇ ਦੇ ਵਿੱਚ ਦਿਖਾ ਕੇ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਹੈਗਾ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਿਆ ਜਾਵੇ, ਤਾਂ ਕਿ ਜਿਹੜਾ ਹੈਗਾ ਸਰਕਾਰ ਦੇ ਸਰਕਾਰੀ ਅਦਾਰੇ ਖਤਮ ਕੀਤੇ ਜਾ ਸਕਣ ਤੇ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਜਿਹੜਾ ਹੈਗਾ ਲਿਆਂਦਾ ਜਾ ਸਕੇ। ਇਸ ਦੇ ਲਈ ਹਰ ਇੱਕ ਵਰਗ ਨੂੰ, ਹਰ ਇੱਕ ਮੁਲਾਜ਼ਮ ਨੂੰ, ਹਰ ਇੱਕ ਇਨਸਾਨ ਨੂੰ ਇਹਨਾਂ ਦੀਆਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਜੀ। ਸੋ ਕੰਟਰੈਕਚੁਅਲ ਮੁਲਾਜ਼ਮ ਪਰੇਸ਼ਾਨ ਹੈ, ਬਹੁਤ ਪਰੇਸ਼ਾਨ ਹੈ, ਤੇ ਉਹ ਇਹ ਵੀ ਦੇਖ ਚੁੱਕਿਆ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਐਲਾਨ ਕਰ ਦਿੰਦੀ ਹੈ ਜਾਂ ਉਹਨਾਂ ਨੂੰ ਇਸਤੇਮਾਲ ਕਰ ਲੈਂਦੇ ਵੀ ਅਸੀਂ ਆ ਕੇ ਉਹਨਾਂ ਲਈ ਇਹ ਕਰ ਦਾਂਗੇ, ਉਹ ਕਰ ਦਾਂਗੇ, ਪਰ ਗਰਾਊਂਡ ਲੈਵਲ ਤੇ ਹੋਇਆ ਕੁਝ ਨਹੀਂ ਹੈ। ਦੂਸਰੀ ਗੱਲ, ਜਿੰਨੇ ਇਹ ਕੰਟਰੈਕਚੁਅਲ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਰਕਾਰ ਇਸਤੇਮਾਲ ਤਾਂ ਕਰ ਰਹੀ ਹੈ ਕੰਮ ਕਢਾਉਣ ਨੂੰ, ਪਰ ਉਹਨਾਂ ਅਦਾਰਿਆਂ ਤੋਂ ਜੋ ਫਾਇਦਾ ਲਿਆ ਜਾ ਸਕਦਾ ਹੈ, ਜੋ ਪਬਲਿਕ ਨੂੰ ਦਿਆ ਜਾ ਸਕਦਾ ਹੈ, ਉਹ ਇਹਨਾਂ ਦਾ ਕਹਿਣਾ ਹੈ ਕਿ ਨਹੀਂ ਹੋ ਰਿਹਾ, ਕਿਉਂਕਿ ਸਰਕਾਰ ਪ੍ਰਾਈਵੇਟਾਈਜੇਸ਼ਨ ਨੂੰ ਪੁਸ਼ ਕਰ ਰਹੀ ਹੈ, ਉੱਧਰ ਬੜਾਵਾ ਦੇਣਾ ਚਾਹੁੰਦੀ ਹੈ, ਆਪਣੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਨਹੀਂ, ਉਹਨਾਂ ਨੂੰ ਸ਼ਾਇਦ ਬੰਦ ਹੀ ਕਰਵਾਉਣਾ ਚਾਹੁੰਦੀ ਹੈ। ਲੇਕਿਨ ਇੱਕ ਇੰਪੋਰਟੈਂਟ ਗੱਲ ਮੈਨੂੰ ਲੱਗਦਾ ਹੈ ਪ੍ਰਵੀਨ ਜੀ ਨੇ ਸ਼ਾਇਦ ਇਹ ਪੁਆਇੰਟ ਆਊਟ ਕੀਤੀ ਸੀਗੀ ਕਿ ਜਿੰਨੇ ਵੀ ਰੈਵਨਿਊ ਜਨਰੇਸ਼ਨ ਦੇ ਸੋਰਸ ਨੇ ਸਰਕਾਰਾਂ ਕੋਲ, ਉਹਨਾਂ 'ਚ ਅਸੀਂ ਮਾਫੀਆ ਦੀ ਗੱਲ ਸੁਣ ਲੈਂਦੇ ਹਾਂ ਜਾਂ ਇਹਨਾਂ ਦੀ ਪੋਲੀਟੀਸ਼ੀਅਨਸ ਦੀ ਆਪਣੀ ਮੋਨੋਪਲੀ ਦੀ ਗੱਲ ਸੁਣ ਲੈਂਦੇ ਹਾਂ। ਸੋ ਆਪਣੀਆਂ ਜੇਬਾਂ ਤਾਂ ਹਰ ਕੋਈ ਭਰ ਰਿਹਾ, ਪਰ ਦੇਸ਼ ਜਾਂ ਸੂਬਾ ਜਿਹਦਾ ਇਹ ਬਾਰ-ਬਾਰ ਕਹਿ ਦਿੰਦੇ ਨੇ ਇੰਨਾ ਕਰਜ਼ਾ ਹੋਇਆ ਪਿਆ,
ਉਹਦਾ ਹੱਲ ਇਹ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸ਼ਾਇਦ ਇਹਨਾਂ ਨੂੰ ਵੀ ਪਤਾ ਹੈ ਇਹ 5 ਜਾਂ 10 ਸਾਲ ਨੇ, ਉਸ ਤੋਂ ਬਾਅਦ ਦੂਸਰੀ ਪਾਰਟੀ ਆ ਜਾਏਗੀ। ਸੋ ਦੋਵਾਂ ਨੂੰ ਇਹੀ ਹੁੰਦਾ ਕਿ ਜਿੰਨਾ ਚਿਰ ਹੈਗੇ ਆ ਸ਼ਾਇਦ ਆਪਣੀਆਂ ਜੇਬਾਂ ਭਰ ਲਈਏ। ਸੋ ਇਹਨਾਂ ਦਾ ਹੱਲ ਕਿਵੇਂ ਹੋਏਗਾ? ਇਹਨਾਂ ਦੇ ਹਿਸਾਬ ਨਾਲ ਇੱਕ ਲੰਬੀ ਜੰਗ ਹੀ ਲੜਨੀ ਪਏਗੀ। ਅਸੀਂ ਇਹ ਉਮੀਦ ਕਰਦੇ ਹਾਂ ਕਿ ਅਸੀਂ ਇਹਨਾਂ ਦੇ ਇਸ਼ੂਜ਼ ਸਾਹਮਣੇ ਰੱਖੇ ਨੇ, ਸਰਕਾਰਾਂ ਵੀ ਦੇਖਣਗੇ, ਤੁਸੀਂ ਐਜ਼ ਪਬਲਿਕ ਵੀ ਦੇਖੋਗੇ, ਤੇ ਇਸ ਤੋਂ ਪਹਿਲਾਂ ਕਿ ਇਹ ਉਸ ਤਰ੍ਹਾਂ ਦਾ ਰੁਖ ਲਵੇ ਜੋ ਅਸੀਂ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਯਾਨੀ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਦੇਖ ਚੁੱਕੇ ਹਾਂ ਜਾਂ ਦਿੱਲੀ ਦੇ ਬਾਰਡਰਾਂ ਤੇ 1 ਸਾਲ ਤੋਂ ਵੱਧ ਦੇਖਿਆ, ਉਹ ਨਾ ਹੋਵੇ। ਉਸ ਤੋਂ ਪਹਿਲਾਂ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇ, ਰੈਜ਼ੋਲੂਸ਼ਨ ਕਰ ਦਿੱਤਾ ਜਾਵੇ, ਤਾਂ ਕਿ ਮੁਲਾਜ਼ਮ ਚੱਲਦਾ ਰਹੇ ਤੇ ਮੁਲਾਜ਼ਮ ਲਹਿਰ ਦੀ ਸ਼ਾਇਦ ਲੋੜ ਹੀ ਨਾ ਪਵੇ। ਇੱਕ ਵਾਰ ਫਿਰ ਧੰਨਵਾਦ ਕਰਦਾ ਤੁਹਾਡੇ ਦੋਵਾਂ ਦਾ, ਤੁਸੀਂ ਸਾਡੇ ਨਾਲ ਜੁੜੇ, ਸਮਾਂ ਕੱਢਿਆ ਤੇ ਇੱਕ ਬੜੀ ਪ੍ਰੋਡਕਟਿਵ ਅਸੀਂ ਡਿਸਕਸ਼ਨ ਕੀਤੀ, ਤੇ ਅਸੀਂ ਤੁਹਾਨੂੰ ਲਈ ਪਬਲਿਕ ਲਈ ਲੈ ਕੇ ਆਉਂਦੇ ਰਵਾਂਗੇ ਮੁਲਾਜ਼ਮ ਲਹਿਰ ਦਾ ਐਪੀਸੋਡ। ਤੁਸੀਂ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ। ਸਤਿ ਸ਼੍ਰੀ ਅਕਾਲ।